हाँ जी, सो ਆਪਾਂ ਆਪਣੇ ਵਾਅਦੇ ਦੇ ਮੁਤਾਬਕ ਹੁਣ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਸਾਡਾ ਇਹ ਟੌਪਿਕ ਜਿਹਦੇ ਚ ਅਸੀਂ MCQs ਯਾਨੀ ਕਿ ਪ੍ਰਸ਼ਨ ਉੱਤਰ ਸੋਲਵ ਕਰਾਂਗੇ। ਆ ਜਾਓ ਜੀ। ਸਭ ਤੋਂ ਪਹਿਲਾ ਸਵਾਲ ਸਾਡਾ ਕੀ ਕਹਿੰਦਾ ਹੈ ਸਾਨੂੰ? ਸਾਡਾ ਸਭ ਤੋਂ ਪਹਿਲਾ ਸਵਾਲ ਸਾਨੂੰ ਇਹ ਕਹਿੰਦਾ ਹੈ ਕਿ ਜੀ ਇੱਕ ਬੈਗ ਵਿੱਚ 2 ਪੀਲੀਆਂ 3 ਹਰੀਆਂ ਤੇ 2 ਨੀਲੀਆਂ ਗੇਂਦਾਂ ਹਨ। 2 ਗੇਂਦਾਂ ਬੇਤਰਕੀਬੇ ਤਰੀਕੇ ਨਾਲ ਕੱਢੀਆਂ ਗਈਆਂ, ਮਤਲਬ 2 balls are selected, 2 balls are selected drawn at random। ਤਾਂ ਇਸ ਗੱਲ ਦੀ ਸੰਭਾਵਨਾ ਦੱਸੋ ਕਿ ਕੋਈ ਵੀ ਗੇਂਦ ਨੀਲੀ ਨਹੀਂ ਹੈ। ਇਹੀ ਹੈ ਨਾ ਕਿ ਕੋਈ ਵੀ ਗੇਂਦ ਨੀਲੀ ਨਹੀਂ ਹੈ। ਦੇਖੋ ਸਵਾਲ ਨੂੰ ਸੰਭਾਵਨਾ ਯਾਨੀ ਕਿ ਪ੍ਰੋਬੇਬਿਲਿਟੀ ਦੇ ਸਵਾਲ ਨੂੰ ਕੱਢਣ ਦੇ 100 ਤਰੀਕੇ ਹੋ ਸਕਦੇ ਆ। ਕਿਹੜੇ ਤਰੀਕੇ ਹੋ ਸਕਦੇ ਆ? ਮੰਨ ਲਓ ਜੇ ਉਹ ਗੇਂਦ ਨੀਲੀ ਨਹੀਂ ਗਈ ਤਾਂ ਇਹਦਾ ਮਤਲਬ ਜਾਂ ਤਾਂ ਪੀਲੀ ਆ ਤੇ ਜਾਂ ਹਰੀ ਆ, ਜਾਂ ਉਹ ਗੇਂਦ ਕੀ ਆ ਪੀਲੀ ਆ ਤੇ ਜਾਂ ਹਰੀ ਆ। 2 ਗੇਂਦਾਂ ਕੱਢਣੀਆਂ ਹੈ ਤੇ ਕਾਇਦਾ ਇਹ ਕਹਿੰਦਾ ਹੈ ਕਿ ਸੰਭਾਵਨਾ ਯਾਨੀ ਕਿ ਪ੍ਰੋਬੇਬਿਲਿਟੀ 'ਚ ਕਦੇ ਵੀ 2 ਗੇਂਦਾਂ ਇਕੱਠੀਆਂ ਨਹੀਂ ਕੱਢੀ ਦੀਆਂ। ਪਹਿਲਾਂ ਇੱਕ ਗੇਂਦ ਕੱਢੋ ਫਿਰ ਦੂਸਰੀ ਗੇਂਦ ਕੱਢੋ। ਤੁਸੀਂ ਕਹੋਗੇ ਪਹਿਲਾਂ ਕੱਢੂੰਗਾ ਪ੍ਰੋਬੇਬਿਲਿਟੀ ਆਫ ਪਹਿਲੀ ਗੇਂਦ ਅਤੇ ਦਾ ਮਤਲਬ ਗੁਣਾ, ਫਿਰ ਪ੍ਰੋਬੇਬਿਲਿਟੀ ਆਫ ਦੂਜੀ ਗੇਂਦ, ਬਈ ਆਹੀ ਆ ਪ੍ਰੋਬੇਬਿਲਿਟੀ ਆਫ ਪਹਿਲੀ ਗੇਂਦ ਗੁਣਾ ਪ੍ਰੋਬੇਬਿਲਿਟੀ ਆਫ ਦੂਜੀ ਗੇਂਦ, ਇਹੀ ਆ। ਉਹਨਾਂ ਨੇ ਕਿਹਾ ਕਿ ਪਹਿਲੀ ਗੇਂਦ ਕੱਢੋ ਨੀਲੀ ਨਹੀਂ ਹੋਣੀ ਚਾਹੀਦੀ, ਇਹਦਾ ਮਤਲਬ ਉਹ ਜਾਂ ਲਾਲ ਹੋਵੇ ਜਾਂ ਹਰੀ ਹੋਵੇ ਜਾਂ ਪੀਲੀ ਹੋਵੇ। ਇਹਦਾ ਮਤਲਬ ਕੁੱਲ ਸੰਭਾਵਨਾਵਾਂ ਕਿੰਨੀਆਂ ਹੋਣਗੀਆਂ? 7। ਕੁੱਲ ਕਿੰਨੀਆਂ ਹੋਣਗੀਆਂ? 7। ਅਤੇ ਜੋ ਮਨਪਸੰਦ ਦੀਆਂ ਨੇ ਉਹ ਜਾਂ ਇਹਨਾਂ ਤਿੰਨਾਂ ਤੇ ਦੋਵਾਂ ਚੋਂ ਆ 5/7 ਗੁਣਾ। ਸਵਾਲ ਖਤਮ। ਬਈ ਇੱਕ ਗੇਂਦ ਕੱਢਣੀ ਹੁੰਦੀ ਉਹ ਨੀਲੀ ਜਾਂ ਪੀਲੀ ਨੀਲੀ ਨਾ ਹੁੰਦੀ ਤਾਂ ਫਿਰ 5/7 ਤੇ ਹੀ ਸਵਾਲ ਮੁੱਕ ਗਿਆ ਸੀਗਾ। ਕਿਉਂ? ਫਿਰ ਇਹਦਾ ਮਤਲਬ ਇਹਨਾਂ ਦੋਵਾਂ ਚੋਂ ਕੋਈ ਹੁੰਦੀ ਤਾਂ ਉਹਨਾਂ ਦੀ ਗਿਣਤੀ ਥੱਲੇ ਕੁੱਲ ਗਿਣਤੀ। ਕਹਿੰਦਾ ਹੁਣ ਦੂਜੀ ਗੇਂਦ ਵੀ ਕੱਢਣੀ ਆ ਉਹ ਵੀ ਨੀਲੀ ਨਹੀਂ ਹੋਣੀ ਚਾਹੀਦੀ, ਉਹ ਇਹਨਾਂ ਦੋਵਾਂ ਚੋਂ ਹੋਣੀ ਚਾਹੀਦੀ ਹੈ ਕੋਈ। ਤੇ ਤੁਹਾਨੂੰ ਪਤਾ ਜਦੋਂ ਦੂਜੀ ਗੇਂਦ ਕੱਢਣੀ ਹੋਵੇ ਉਦੋਂ ਪੰਗਾ ਕੀ ਹੁੰਦਾ, ਕਿਉਂਕਿ ਓਵਰਆਲ ਇੱਕ ਗੇਂਦ ਘਟ ਚੁੱਕੀ ਆ, ਥੱਲੇ 6 ਆ ਗਿਆ। ਜਿਹੜੀ ਉਹ ਗੇਂਦ ਕੱਢਣੀ ਸੀ ਆਪਾਂ ਉਹ ਇਹਨਾਂ ਦੋਵਾਂ ਚੋਂ ਕੋਈ ਇੱਕ ਸੀਗੀ ਨਾ, ਇੱਕ ਗੇਂਦ ਕੱਢੀ ਜਾ ਚੁੱਕੀ ਆ। ਇਹਦਾ ਮਤਲਬ ਉੱਪਰਲੀਆਂ ਚੋਂ ਹੁਣ ਆਪਾਂ ਚਾਹੁੰਦੇ ਦੂਜੀ ਗੇਂਦ ਵੀ ਇਹਨਾਂ ਚੋਂ ਨਿਕਲੇ ਤੇ ਇਹਨਾਂ ਚੋਂ ਇੱਕ ਗੇਂਦ ਪਹਿਲਾਂ ਨਿਕਲ ਚੁੱਕੀ ਹੈ, ਜਿਵੇਂ ਤਾਸ਼ ਦੇ ਪੱਤੇ ਆਪਾਂ ਕਰੇ ਸੀਗੇ। ਇਹਦਾ ਮਤਲਬ ਉੱਪਰ ਵੀ ਕਿੰਨਾ ਰਹਿ ਗਿਆ? 4 ਰਹਿ ਗਿਆ। ਆ ਗੱਲ ਸਮਝ ਆਈ? ਪਹਿਲਾਂ ਇੱਕ ਗੇਂਦ ਕੱਢੀ ਅਤੇ ਦਾ ਮਤਲਬ ਐਡ ਫਿਰ ਦੂਜੀ ਗੇਂਦ, ਠੀਕ ਹੈ ਨਾ। ਜਦੋਂ ਪਹਿਲੀ ਗੇਂਦ ਕੱਢ ਲਈ ਤਾਂ ਉੱਪਰ ਪੀਲੀਆਂ ਤੇ ਹਰੀਆਂ ਚੋਂ ਇੱਕ ਗੇਂਦ ਓਵਰਆਲ ਘਟ ਗਈ। ਇਹਦਾ ਮਤਲਬ ਉੱਪਰਲੀਆਂ ਮਨਪਸੰਦ ਵਾਲੇ ਯਤਨ ਵੀ 4 ਰਹਿ ਗਏ ਤੇ ਥੱਲੇ ਵਾਲੇ ਫੇਵਰੇਬਲ ਟੋਟਲ ਨੰਬਰ ਆਫ ਕੇਸਿਸ ਟੋਟਲ ਨੰਬਰ ਆਫ ਇਵੈਂਟਸ ਕੁੱਲ ਯਤਨ ਵੀ 6 ਰਹਿ ਗਏ। ਸੋ ਆਨਸਰ ਆ ਗਿਆ ਆ 2 ਆ ਕੱਟ ਕੇ 3 ਆ ਗਿਆ ਤੇ ਰੱਬ ਤੁਹਾਡਾ ਭਲਾ ਕਰੇ 10/21। ਆ ਚੱਕੋ ਜੀ ਜਵਾਬ ਆ ਗਿਆ। ਐਵੇਂ ਦੇ ਸਵਾਲ ਆਉਣਗੇ। ਬਿਨਾਂ ਵਕਤ ਖਰਾਬ ਕਰੇ ਅੱਗੇ ਆ ਜਾਓ। ਇੱਕ ਡਾਈਸ ਨੂੰ 2 ਵਾਰ ਸੁੱਟਿਆ ਗਿਆ ਤਾਂ ਇਹ ਦੱਸੋ ਕਿ ਉਹਦੇ ਤੇ ਜੋੜ ਜਿਹੜਾ ਏ ਉਹ 9 ਦੇ ਬਰਾਬਰ ਆ ਜੇ। ਪਹਿਲਾਂ ਇੱਕ ਡਾਈਸ ਨੂੰ 2 ਵਾਰ ਸੁੱਟਿਆ ਗਿਆ 1 1 1 2 1 3 1 4 1 5 1 6 2 1 2 2 2 3 2 4 2 5 ਤੇ 2 6 3 1 3 2 3 3 3 4 3 5 ਤੇ 3 6 4 1 4 2 4 3 4 4 4 5 ਤੇ 4 6 5 1 5 2 5 3 5 4 5 5 ਤੇ 5 6। ਜਦੋਂ 2 ਪਾਸੇ ਸੁੱਟੇ ਜਾਣ ਤਾਂ ਆਹੀ 36 ਕੇਸ ਬਣਦੇ। ਤੁਸੀਂ ਕਹੋਗੇ ਵਾਰ-ਵਾਰ ਕਿਉਂ ਲਿਖਾ ਰਹੇ ਹੋ, ਫਿਰ ਪੱਕਾ ਕਿਵੇਂ ਹੋਊਗਾ ਯਾਰ ਆਪ ਦੱਸੋ। ਕਹਿੰਦਾ ਇਸ ਗੱਲ ਦੀ ਸੰਭਾਵਨਾ ਦੱਸੋ। ਪਹਿਲਾਂ ਤਾਂ ਇਹ ਦੱਸੋ ਕੁੱਲ ਕੇਸ ਕਿੰਨੇ ਆ? ਚੁੱਪ ਕਰਕੇ ਲਿਖ ਦਿਓ 36। ਕਹਿੰਦਾ ਇਹਨਾਂ ਦੋਵਾਂ ਪਾਸਿਆਂ ਤੇ ਜੋ ਵੀ ਆਇਆ ਉਹਦਾ ਜੋੜ ਕਿੰਨਾ ਹੋਣਾ ਚਾਹੀਦਾ ਹੈ? 9 ਹੋਣਾ ਚਾਹੀਦਾ ਹੈ। ਲੱਭੋ ਇਹਨਾਂ 'ਚ 9 ਜੋੜ ਕਿਹਦਾ ਹੈ? ਆਹ ਚੱਕੋ ਜੀ 9 6 ਤੇ 3 9 ਆ ਜੋੜ। ਆਹ ਚੱਕੋ ਜੀ 5 ਤੇ 4। ਆਹ ਚੱਕੋ ਜੀ 4 ਤੇ 5। ਆਹ ਚੱਕੋ ਜੀ। ਇਹ ਤੋਂ ਬਿਨਾ ਕੋਈ 9 ਜੋੜ ਵਾਲੇ ਹੈਗੇ ਆ ਤਾਂ ਦੱਸ ਦਿਓ ਮੈਨੂੰ। ਜੋ ਚਾਹੀਦਾ ਹੈ ਉਹਨੂੰ ਉੱਪਰ ਲਿਖੋ ਤੇ ਜੋ ਕੁੱਲ ਆ ਉਹ ਥੱਲੇ 4/36। ਰੱਬ ਤੁਹਾਡਾ ਭਲਾ ਕਰੇ 1/9। ਜਵਾਬ ਆ ਗਿਆ। ਸਵਾਲ ਖਤਮ। ਕੀ ਹੈ ਕਿਤੇ ਸੰਭਾਵਨਾ? ਕੁਝ ਵੀ ਨਹੀਂ। ਤੇ ਤੁਸੀਂ ਦੇਖੋ ਇਸ ਤੋਂ ਔਖੇ ਥੋੜਾ ਸਵਾਲ ਪਾ ਦੇਣਗੇ ਤੇ ਦੱਸ ਦਿਓ। ਦੱਸੋ ਤੁਸੀਂ ਆਪ। 3 ਸਿੱਕੇ ਉਛਾਲੇ ਗਏ ਹਨ। 3 ਸਿੱਕੇ। ਇੱਕ ਸਿੱਕੇ ਤੇ ਕਿੰਨੇ ਪਹਿਲੂ ਹੁੰਦੇ ਆ ਜੀ? 2। ਕਿੰਨੇ ਸਿੱਕੇ ਇਕੱਠੇ ਉਛਾਲੇ ਗਏ ਆ ਜਾਂ ਇੱਕ ਸਿੱਕੇ ਨੂੰ ਕਿੰਨੀ ਵਾਰ ਉਛਾਲਿਆ ਗਿਆ ਹੈ? 3 ਵਾਰ। ਤਾਂ ਕਿੰਨੇ ਕੇਸ ਬਣਨਗੇ? 8 ਕੇਸ। ਉਹ 8 ਕੇਸ ਕਿਵੇਂ ਲਿਖੀਦੇ ਆ? 4 ਵਾਰ ਹੈਡ ਤੇ 4 ਵਾਰ ਟੇਲ, 2 ਵਾਰ ਹੈਡ 2 ਵਾਰ ਟੇਲ, 2 ਵਾਰ ਹੈਡ 2 ਵਾਰ ਟੇਲ, 1 ਵਾਰ ਹੈਡ 1 ਟੇਲ, 1 ਹੈਡ 1 ਟੇਲ, 1 ਹੈਡ 1 ਟੇਲ, 1 ਹੈਡ
एक टेल। आही 8 केस बनते हैं। पहला प्रयोगशाला जानी कि सैंपल स्पेस लिखो, कुल किन्ने केस आ 8, बिना सोचे थले 8। हुण आ जाओ तुहाडे मनपसंद दे यत्नां ते, कहंदा 2 टेल जानी कि 2 पट्ट होने चाहिए आ। पता ना टेल का मतलब पट्ट, जे उन्होंने कहा हुंदा 2 पट्ट होने चाहिए आ तो दसोगे 2 टेल किहड़े किहड़े च आए आ, इहदे च आए आ, इहदे च आए आ ते इहदे च आए आ। फिर तुहाडा जवाब आ जांदा 3/8। फिर तुहाडा जवाब ये आ जांदा, किन्ना आ जांदा 3/8। पर 3/8 भी ये ऑप्शन च पाया ही नहीं उन्होंने, तुहानूं उलझाउणा भी चाहुंदा सी तां ओबवियस जी गल आ 3/8 भी एक ऑप्शन रखदा पेपर सैट करने वाला, उन्हें नहीं रखिया। ਇਹਦਾ मतलब तुहानूं उलझाउणा तां चाहुंदा ही नहीं। उन्हें कहा एट मोस्ट 2 टेल्स, वध तो वध 2 पट्ट। हुण वध तो वध 2 टेल का मतलब घट तो घट जिन्ने मर्जी टेल होण, आ भी विच ऐड करांगे। तुसीं कहोगे इस कोई टेल ही नहीं हैगा, फिर क्यों लिखिया बई वध तो वध 2 टेल, घट तो घट जिन्ने मर्जी, आ भी लिखांगे, आ भी लिखांगे, आ भी लिखांगे, आ भी लिखांगे, आ भी, सिर्फ इनू नहीं लिख सकते क्योंकि ये 3 टेल टप 2 तो टेल टप गए। 1 2 3 4 5 6 7 किन्ने केस बन गए अपने को भला 7। ਇਹਦਾ जवाब आ गया 7/8। कितना जवाब आ गया जी 7/8 आ गया। आ दसो जी जवाब खत्म। किसी को कोई डाउट ये 7/8 का आंसर आ गया। जे उन्होंने कहा जाता कि इस गल की संभावना दसो कि 2 पट्ट आए होण, 2 टेल आए होण, फिर अपना आंसर 3/8 आउंदा। पता लग गया ना क्यों, कोई चक्कर ही नहीं। हुण देखो हजे तो बड़े सवाल आ, तुसीं कर करके आ पक्की हो जाना है, ठीक है ना। तो खैर 2 सिक्कियां नूं एक बार उछालिया गया, सिक्के दे किन्ने पहलू हुंदे आ 2, उछालिया कितनी बार गया 2 बार, तां 4 केस बन गए। 2 बार हैड 2 बार टेल, 1 बार हैड 1 बार टेल, 1 बार हैड, आ 4 केस बन गए 4 केस। लो जी रब तुहाडा करे भला। कहंदा दोवां सिक्कियां ते पहली गल संभावना लिखनी है थल्ले 4 क्योंकि टोटल केस 4 ने। कहंदा दोवां सिक्कियां ते पट्ट आवे, चित आवे, दोवां सिक्कियां ते टेल आवे, नहीं हैड आवे, हैड नूं की कहंदे चित, हाँ दोवां सिक्कियां ते हैड आवे जानी कि चित आवे। ओ भाई दोवां सिक्कियां ते हैड दा इक्को ही केस बन रहा है, ਇਹਦਾ मतलब ਉੱਪਰ ਇੱਕ ਆ ਗਿਆ। जो ਤੁਹਾਡੀ मनपसंद ਦੇ केस ने, जो ਤੁਹਾਡੀ मनपसंद ਦੇ ਯਤਨ ਨੇ ਉਹ ਤਾਂ ਇੱਕੋ ਹੀ ਆ ਤੇ ਕੁੱਲ ਯਤਨ ਕਿੰਨੇ ਆ 4। ਜੇ ਉਹ ਕਹਿ ਦਿੰਦਾ ਕਿ ਕਿਸੇ ਇੱਕ ਸਿੱਕੇ ਤੇ ਪੱਟ ਆਉਣਾ ਚਾਹੀਦਾ ਹੈ, ਕਿਸੇ ਇੱਕ ਸਿੱਕੇ ਤੇ ਚਿੱਤ ਆਉਣਾ ਚਾਹੀਦਾ ਹੈ, ਤਾਂ ਕਿਸੇ ਇੱਕ ਸਿੱਕੇ ਤੇ ਚਿੱਤ ਆਉਣ ਦੇ ਇੱਕ ਆ ਕੇਸ ਆ, ਇੱਕ ਆ ਕੇਸ ਆ, ਫਿਰ ਤੁਹਾਡਾ ਜਵਾਬ ਆਉਂਦਾ 2/4। फिर तुहाडा जवाब की आउंदा 2/4 क्योंकि उन्होंने कहा किसी एक सिक्के ते चित आवे। जे वो ये कह देंदे कि घट्टो घट किसी एक सिक्के ते चित आवे, घट्टो घट एट लीस्ट हैड ऑन 1 कॉइन, घट्टो घट किसी एक सिक्के ते हैड आवे, फिर तुसी आ भी लिख दे, आ भी लिख दे ते आ भी लिख दे। ਇਹਦੇ ਤੇ ਇੱਕ ਸਿੱਕੇ ਤੇ ਹੈਡ ਆ, ਇਹਦੇ ਤੇ ਇੱਕ ਸਿੱਕੇ ਤੇ ਹੈਡ ਆ, ਇਹਦੇ ਦੋਵਾਂ ਸਿੱਕਿਆਂ ਤੇ ਹੈਡ ਆ, ਫਿਰ ਤੁਹਾਡਾ ਜਵਾਬ ਆ ਜਾਂਦਾ 3/8। घट्टो घट किसी एक सिक्के ते हैड तो है ना, तो किसी सवाल का जवाब एक सॉरी 3/4, किसी एक सवाल का जवाब 1/4 भी आ रहा, 2/4 भी आ रहा, 3/4 भी आ रहा है। सवाल पूछण वाले दी मंशा ते जाओ, तुसी ये ना सोचियो कि रटे होए सर जी संभावना दे 25 सवाल कर जी आ जाणगे। आ देखो एक सवाल कराया तुहानूं 50 ते विचों बन रहे आ। समझण दी कोशिश करियो यार, ऐ थोड़ा गल बनदी है। ਜਿਹੜਾ कहनूं कहंदा कि आ मेरे वाली किताब दे करे होए 20 सवाल कर जो, इहदे चों पेपर आ जाऊगा, ऐ पेपर आउण लग पे तां ही ते तुहाडे चों अपना कुछ बनदा नहीं हुंदा, ठीक आ। बाद च अगला कह दिंदा जिहदे कोल तुसी पढ़ के आए हुंदे, अगला कहंदा मेरे कोल पढ़ के 20 जाने लग गए, तूं क्यों नहीं लग्गिया। ਉਹ ਭਾਈ ਜਿਹੜੇ 20 ਜਾਣੇ ਲੱਗੇ ਆ ਉਹਨਾਂ ਨੂੰ ਆਪ ਹੀ ਇੰਨਾ ਆਉਂਦਾ ਸੀ ਵਿਚਾਰਿਆਂ ਨੂੰ, ਉਹ ਤਾਂ ਜਿੱਥੇ ਮਰਜ਼ੀ ਲੱਗ ਜਾਂਦੇ, ਉਹਨਾਂ ਨੇ ਲੱਗ ਹੀ ਜਾਣਾ ਸੀਗਾ। ਤੂੰ ਇਹ ਦੱਸ ਕਿ ਤੂੰ ਕਿੰਨੇ ਕੁ ਦਾ ਪੱਧਰ ਉੱਚਾ ਕੀਤਾ ਹੈ। ਆ ਜਾਓ ਹੁਣ, ਠੀਕ ਆ। डाइस इज रोल्ड, एक पासे ਨੂੰ ਸੁੱਟਿਆ ਗਿਆ, 2 ਵਾਰ ਤਾਂ ਨਹੀਂ ਸੁੱਟਿਆ ਗਿਆ। डाइस ਦਾ मतलब ਆ ਜਦੋਂ ਪਾਸਾ ਜਦੋਂ ਇੱਕ ਪਾਸੇ ਨੂੰ ਸੁੱਟਿਆ ਜਾਂਦਾ ਹੈ, ਇੱਕ ਪਾਸਾ ਸੁੱਟਿਆ ਬਸ। ਪਾਸੇ ਦੇ ਵਿੱਚ ਕੀ ਕੇਸ ਬਣਦੇ ਆ, ਪਾਸੇ ਦੀ ਪ੍ਰਯੋਗਸ਼ਾਲਾ ਜਦੋਂ ਇੱਕ ਵਾਰ ਹੀ ਸੁੱਟਿਆ ਜਾਵੇ ਤਾਂ 6 ਹੀ ਕੇਸ ਬਣਦੇ ਆ, 2 ਵਾਰ ਸੁੱਟਿਆ ਜਾਵੇ ਤਾਂ 36 ਕੇਸ ਬਣਦੇ, ਉਹ ਮੈਂ ਲਿਖਾਏ ਹੋਏ ਆ। ਜਦੋਂ ਇੱਕ ਵਾਰ ਸੁੱਟਿਆ ਜਾਵੇ ਤਾਂ ਹੀ 6 ਕੇਸ ਬਣਦੇ ਆ। ਕਹਿੰਦਾ 6 ਕੇਸ ਬਣਦੇ ਆ, ਭਾਗ 'ਚ ਤਾਂ 6 ਆ ਗਿਆ ਕਿਉਂਕਿ ਕੁੱਲ ਯਤਨ ਤਾਂ 6 ਹੀ ਆਉਣੇ ਆ। ਜੋ ਚਾਹੀਦਾ ਹੈ ਕਹਿੰਦਾ ਨੰਬਰ ਲੈਸ ਦੈਨ 4, ਨੰਬਰ 4 ਤੋਂ ਘੱਟ ਹੋਵੇ, संख्या 4 तो छोटी होवे, ते 4 तो सौखी छोटियां संख्यावां आ ही ने बस। 4 आप थोड़ा अपने आप तो छोटी है। तो मनपसंद यतन किन्ने होए तुहाडे 1 2 3 यानी कि कुल 3 यतन होए। आंसर आ गया 3/6 यानी कि 1/2। सवाल खत्म। आ जाओ जी अगे।
हाँ जी, ओ माई गॉड, आ पंगा पिया हुण। एक बैग विच 4 कालियां 3 पीलियां ਅਤੇ 6 हरियां गेंदां ਹਨ। ਤਿੰਨਾਂ ਗੇਂਦਾਂ ਨੂੰ ਬੈਗ ਚੋਂ ਕੱਢਿਆ ਗਿਆ। ਇਸ ਗੱਲ ਦੀ ਸੰਭਾਵਨਾ ਦੱਸੋ ਕਿ ਤਿੰਨੇ ਪੀਲੀਆਂ ਹਨ। ਤਿੰਨੇ ਗੇਂਦਾਂ ਕੀ ਹਨ? ਪੀਲੀਆਂ ਹਨ। ਹਾਂਜੀ, ਸਭ ਤੋਂ ਪਹਿਲੀ ਗੱਲ, 3 ਗੇਂਦਾਂ ਕੱਢਣੀਆਂ ਤਾਂ ਇੱਕ ਇੱਕ ਕਰਕੇ ਕੱਢਾਂਗੇ। ਸਭ ਤੋਂ ਪਹਿਲੀ ਗੇਂਦ ਪੀਲੀ ਹੋਵੇ, ਉਹਦੀ ਸੰਭਾਵਨਾ ਕੀ ਹੈ? ਜਿੰਨੀਆਂ ਪੀਲੀਆਂ ਗੇਂਦਾਂ ਨੇ ਥੱਲੇ ਕੁੱਲ ਗੇਂਦਾਂ, ਕਿਉਂਕਿ ਉਨੇ ਹੀ ਯਤਨ ਹੁੰਦੇ ਆ ਜਿੰਨੀਆਂ ਕੁੱਲ ਗੇਂਦਾਂ ਹੁੰਦੀਆਂ। 6 ਤੇ 4 10 ਤੇ 5 15। ਆਹ ਦੱਸੋ ਜੀ, ਗੱਲ ਸਮਝ ਆ ਗਈ? ਇੱਕ ਪੀਲੀ ਗੇਂਦ ਕੱਢੀ ਗਈ ਅਤੇ ਗੁਣਾ ਦੂਜੀ ਪੀਲੀ ਗੇਂਦ ਕੱਢਣੀ ਆ। ਪਹਿਲੀ ਪੀਲੀ ਕੱਢੀ ਜਾ ਚੁੱਕੀ ਹੈ, ਇੱਕ ਪੀਲੀ ਗੇਂਦ ਖਰਾਬ ਹੋ ਗਈ, ਦੂਜੀ ਵੀ ਪੀਲੀ ਕੱਢਣੀ ਆ। 4/14। ਅੱਗੇ ਅਜੇ ਤੱਕ 2 ਹੀ ਗੇਂਦਾਂ ਕੱਢੀਆਂ ਸੀ, 3 ਤਾਂ ਕੱਢੀਆਂ ਹੀ ਨਹੀਂ ਸੀ। ਚੱਕੋ ਤੀਜੀ ਗੇਂਦ ਵੀ ਕੱਢਣੀ ਆ। ਹੁਣ ਇਹ ਨਾ ਕਹਿ ਦਿਓ ਕਿ ਆ ਤਾਂ ਜੀ ਸਮਝ ਨਹੀਂ ਆਇਆ, ਐ ਨਾ ਕਿਹੋ, ਬੇਇੱਜ਼ਤੀ ਵਾਲੀ ਗੱਲ ਆ ਯਾਰ। ਪਹਿਲੀ ਗੇਂਦ ਪੀਲੀ, ਦੂਜੀ ਵੀ ਪੀਲੀ, ਕਿਉਂਕਿ ਇੱਕ ਪੀਲੀ ਗੇਂਦ ਖਰਾਬ ਹੋ ਗਈ, ਇਸ ਕਰਕੇ ਉੱਪਰੋਂ ਵੀ ਇੱਕ ਘਟ ਗਈ, ਥੱਲਿਓਂ ਵੀ ਇੱਕ ਘਟ ਗਈ, ਤੀਜੀ ਵੀ ਪੀਲੀ। ਤੇ ਰੱਬ ਤੁਹਾਡਾ ਭਲਾ ਕਰੇ, ਆ 1/3 ਆ ਗਿਆ, ਆ 2/7 ਆ ਗਿਆ, ਆ 3 ਨਾਲ 3 ਕੱਟਿਆ ਗਿਆ। ਠੀਕ ਹੈ ਜੀ, ਆ ਗਿਆ 2, ਥੱਲੇ ਆ ਗਿਆ 13 7 91। 2/91 ਜਵਾਬ ਆ ਗਿਆ। 2/91 ਕੀ ਆ ਗਿਆ ਜੀ? ਜਵਾਬ ਆ ਗਿਆ। ਕਿੱਡਾ ਸੌਖਾ ਸਵਾਲ ਸੀਗਾ, ਬੜਾ ਈਜ਼ੀ ਸੀਗਾ। ਸੋ ਇਹਦੇ 'ਚ ਕੁਝ ਵੀ ਔਖਾ ਨਹੀਂ ਸੀਗਾ। ਆ ਸਵਾਲ ਤੁਹਾਡੇ ਸਾਹਮਣੇ ਕੱਢਤਾ। ਠੀਕ ਆ, ਕਨਸੈਪਟ ਕਲੀਅਰ ਸੀਗੇ ਤਾਂ ਤੁਸੀਂ ਐ ਫਟਾਫਟ ਸਵਾਲ ਕੱਢਦੇ ਗਏ। ਕਹਿੰਦਾ ਇੱਕ ਪੱਤਾ ਕੱਢਿਆ ਗਿਆ, ਇੱਕ ਪੱਤਾ ਕੱਢਿਆ ਗਿਆ, ਦੱਸੋ ਕਿ ਉਹ ਪੱਤਾ ਇੱਕ ਚਿੱਤਰ ਪੱਤਾ ਸੀਗਾ। ਕਿਹੜਾ ਪੱਤਾ ਸੀਗਾ? ਚਿੱਤਰ ਪੱਤਾ। ਆ ਬ੍ਰੈਕਟ 'ਚ ਪਾਉਣ ਦੀ ਲੋੜ ਨਹੀਂ, ਪਤਾ ਹੋਣਾ ਚਾਹੀਦਾ ਕਿ ਚਿੱਤਰ ਪੱਤੇ ਆਹੀ ਹੁੰਦੇ ਆ। ਜੈਕ ਵੀ 4 ਹੁੰਦੇ ਆ, ਕੁਈਨ ਵੀ 4 ਹੁੰਦੀਆਂ ਤੇ ਕਿੰਗ ਵੀ 4 ਹੁੰਦੇ ਆ। ਗੁਲਾਮ ਵੀ 4 ਹੁੰਦੇ ਆ, ਬੇਗਮ ਵੀ 4 ਹੁੰਦੇ ਆ, ਰਾਜਾ ਲਿਖਤਾ ਬਾਦਸ਼ਾਹ ਵੀ 4 ਹੁੰਦੇ ਆ। ਠੀਕ ਹੈ ਜੀ, ਤਾਂ ਕੁੱਲ ਇੱਕ ਪੱਤਾ ਕੱਢਿਆ ਗਿਆ। ਉਹ ਕਿੰਨਿਆਂ 'ਚੋਂ ਹੋ ਸਕਦਾ ਹੈ? ਪਹਿਲੀ ਗੱਲ, ਕੁੱਲ ਸੰਭਾਵਨਾਵਾਂ ਕਿੰਨੀਆਂ ਨੇ? 52। ਉਹ ਕੁੱਲ ਸੰਭਾਵਨਾਵਾਂ ਕਿੰਨੀਆਂ ਨੇ? 52 ਹੀ ਆ। ਤੇ ਚਿੱਤਰ ਪੱਤੇ ਕਿੰਨੇ ਹੁੰਦੇ ਆ ਜਿਹੜੇ ਤੁਹਾਡੇ ਮਨਪਸੰਦ ਦੇ ਆ? 4 8 12। ਆ ਚੱਕੋ ਜੀ, 12/52, 3/13 ਕੱਟ ਕੇ ਦੇਖ ਲਓ। ਚਿੱਤਰ ਪੱਤੇ ਜਿੰਨੇ ਹੁੰਦੇ ਆ, ਥੱਲੇ ਕੁੱਲ ਪੱਤੇ। ਉਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਸੰਭਾਵਨਾ ਕੱਢਣੀ ਕਿਵੇਂ ਆ। ਆ ਜਾਓ ਜੀ ਅੱਗੇ। ਇੱਕ ਡਾਈਸ ਨੂੰ ਸੁੱਟਿਆ ਗਿਆ, ਦੱਸੋ ਕਿ ਨੰਬਰ ਜਿਹੜਾ ਇੱਕ ਡਾਈਸ ਨੂੰ ਸੁੱਟਿਆ ਗਿਆ, 1 ਡਾਈਸ ਇਜ਼ ਥਰੋਨ, ਇੱਕ ਪਾਸਾ ਸੁੱਟਿਆ ਗਿਆ, ਉਹਦੇ ਤੇ ਬਸ ਆਹੀ ਭਾਣਾ ਵਾਪਰ ਸਕਦਾ ਹੈ। ਜੇ ਇੱਕ ਡਾਈਸ ਨੂੰ ਸੁੱਟਾਂਗੇ ਤਾਂ ਹਾਂ, ਕਹਿੰਦਾ ਉਹਦੇ ਤੇ ਜਿਹੜਾ ਨੰਬਰ ਸ਼ੋ ਹੋਇਆ ਉਹ 3 ਤੇ ਭਾਗ ਹੁੰਦਾ ਸੀ, ਜਾਂ ਉਹ 3 ਸੀ ਜਾਂ 6 ਸੀ। ਇਹੋ ਜਿਹੇ ਕਿੰਨੇ ਨੰਬਰ ਹੋ ਗਏ? ਮਨਪਸੰਦ ਦੇ ਕੇਸ 2 ਤੇ ਕੁੱਲ ਕੇਸ 6। 2/6, 1/3 ਆਨਸਰ ਆ ਗਿਆ। ਆ ਜਾਓ। ਸਵਾਲ ਐਵੇਂ ਜਿਹੇ ਹੁੰਦੇ ਆ, ਹੋਰ ਸਵਾਲਾਂ 'ਚ ਯਾਰ ਕਿੱਥੋਂ ਕੀ ਆ ਜਾਣਗੇ। ਤੁਸੀਂ ਜੋ ਤੁਹਾਡੇ ਪੇਪਰਾਂ 'ਚ ਪਹਿਲਾਂ ਸਵਾਲ ਆਏ ਹੋਏ ਨਾ, ਤੁਸੀਂ ਉਹਨਾਂ ਸਵਾਲਾਂ ਨੂੰ ਖੋਲ ਕੇ ਦੇਖ ਲਓ। ਜੇ ਉਹਨਾਂ ਸਵਾਲਾਂ 'ਚ ਇਹਨਾਂ ਨਾਲੋਂ ਕੋਈ ਫਰਕ ਹੋਇਆ ਤੁਸੀਂ ਤਾਂ ਕਹਿ ਦਿਓ। ਸਵਾਲ ਬੜੇ ਸੌਖੇ ਪੇਪਰ 'ਚ ਆਉਂਦੇ ਆ, ਬਸ ਗੱਲ ਇਹ ਆ ਕਿ ਸਾਨੂੰ ਕਰਨੇ ਹੋਣੇ ਚਾਹੀਦੇ ਆ। ਕਹਿੰਦਾ ਇੱਕ ਤਾਸ਼ 'ਚੋਂ ਪੱਤਾ ਕੱਢਣਾ ਸੀਗਾ, ਇਸ ਗੱਲ ਦੀ ਸੰਭਾਵਨਾ ਦੱਸੋ ਕਿ ਉਹ ਕਾਲੇ ਰੰਗ ਦਾ ਹੋਊਗਾ। ਉਹ ਕਿਹੜਾ ਹੋਊਗਾ? ਕਾਲੇ ਰੰਗ ਦਾ। ਕਾਲੇ ਰੰਗ ਦੇ ਕੁੱਲ ਪੱਤੇ ਕਿੰਨੇ ਆ? 26। ਇਹ ਤੁਹਾਡੇ ਮਨਪਸੰਦ ਕੇਸ ਨੇ। ਤੇ ਕੁੱਲ ਪੱਤੇ ਕਿੰਨੇ ਆ? 52। 26/52। ਜੇ ਕਿਸੇ ਨੇ ਕਹਿਤਾ ਕਿ ਉਹ ਪੱਤਾ ਇੱਟ ਦਾ ਹੋਣਾ ਚਾਹੀਦਾ ਹੈ, ਤੇ ਇੱਟ ਦੇ ਪੱਤੇ ਕਿੰਨੇ ਆ? 13 ਤੇ ਕੁੱਲ ਪੱਤੇ ਕਿੰਨੇ ਆ? 52। ਕਿਸੇ ਨੇ ਕਹਿਤਾ ਕਿ ਉਹ ਪੱਤਾ ਦੈਲਾ ਹੋਣਾ ਚਾਹੀਦਾ ਹੈ, ਦੈਲੇ ਕਿੰਨੇ ਹੁੰਦੇ ਆ? 4 ਤੇ ਕੁੱਲ ਪੱਤੇ 52। ਠੀਕ ਆ। ਜੇ ਕਿਸੇ ਨੇ ਕਹਿਤਾ ਵੈਸੇ ਹੀ ਪੁੱਛ ਰਿਹਾ ਮੈਂ ਕਿ ਉਹ ਦੈਲਾ ਹੋਵੇ ਜਾਂ ਉਹ ਦੈਲਾ ਹੋਵੇ, ਉਹ ਪੱਤਾ ਦੈਲਾ ਹੋਵੇ ਜਾਂ ਉਹ ਪੱਤਾ, ਇੱਕ ਸਵਾਲ ਲਿਖੋ। ਉਹੀ ਮੇਰੇ ਦਿਮਾਗ, ਚਲੋ ਐਂਡ 'ਚ ਕਰਾ ਦੂੰਗਾ ਜੇ ਟਾਈਮ ਹੋਇਆ ਤਾਂ, ਮੈਂ ਸ਼ੋਰ ਕਰਾਉਂਗਾ ਹੀ ਕਰਾਉਂਗਾ। ਨੈਕਸਟ ਅੱਗੇ ਆਪਣੇ ਕੋਲ ਆ ਗਿਆ ਕਿ ਹਾਂਜੀ 15 ਮੁੰਡੇ ਹਨ, 10 ਕੁੜੀਆਂ ਹਨ। ਕਹਿੰਦਾ ਇਸ ਗੱਲ ਦੀ ਸੰਭਾਵਨਾ ਦੱਸੋ ਕਿ ਇੱਕ ਕੁੜੀ ਸਿਲੈਕਟ ਕਰਨੀ ਆ ਅਤੇ 2 ਮੁੰਡੇ ਸਿਲੈਕਟ ਕਰਨੇ ਆ। ਇੱਕ ਲੜਕੀ ਅਤੇ 2 ਲੜਕੇ, ਇੱਕ ਲੜਕੀ ਅਤੇ 2 ਲੜਕੇ। ਪਹਿਲਾਂ ਤਾਂ ਇੱਕ ਲੜਕੀ ਸਿਲੈਕਟ ਕਰੋ, ਇੱਕ ਕੁੜੀ ਸਿਲੈਕਟ ਕਰਨੀ ਆ ਕਲਾਸ ਚੋਂ। ਇੱਕ ਕੁੜੀ, ਕੁੜੀਆਂ ਕਿੰਨੀਆਂ ਨੇ? 10/25 10/25 ਅਤੇ 2 ਲੜਕੇ ਸਿਲੈਕਟ ਕਰਨੇ ਆ।
देखो पहली गल ये आ, इस सवाल नूं हजे छड्ड दो, ठीक है, क्योंकि इस सवाल नूं करन दे विच एक बहुत ज़्यादा कैलकुलेशन लगनी है। उन्होंने आपां किवें करांगे, इनू सवाल नूं बिल्कुल एंड च लैके जाऊँगा मैं तुहानूं, ठीक है, क्योंकि जदों आपां एक लड़की सिलैक्ट करनी है ना, इत्थे की गड़बड़ होगी सवाल च, जिहदे करके मैं सवाल हजे छड़ा रहा। चलो खैर मैं इदां जरूर आ कि जांदा जांदा दसदा कि इस सवाल नूं छडाउण पिछे इंटेंशन की है, क्योंकि जे कोई अपने पद्धर ते करना चाहुंदा होऊगा तो इस सवाल नूं बड़ी ईजली कर भी सकदा है। तुसीं क्या कि एक लड़की अते दो लड़के सिलैक्ट करने आ। पहला तुसीं एक लड़की सिलैक्ट कीती, लड़कियां किन्नियां ने 10 ते कुल बच्चे किन्ने आ 25, ठीक आ। अते हुण दूजा सिलैक्ट करना है लड़का, दूजा की सिलैक्ट करना है लड़का। हुण लड़के किन्ने आ क्लास च 15, पर दसोगे 15 बच्चे आ, कुल बच्चे किन्ने रह गए आ, कुल बच्चे किन्ने रह गए आ। तुसीं कहोगे लड़के तो 15 ही रह गए सीगे, 15 ते 15 लिख ले, पर कुल बच्चे 14-24 रह गए, क्योंकि एक तो ऑलरेडी सिलैक्ट हो चुके है। एंड तुसीं हुण ये क्या, तुसीं हुण ये क्या कि तीसरा अगला भी लड़का होना चाहिए है। तुसीं कहोगे लड़के किन्ने रह गए, हुण लड़के रह गए 14, किन्ने रह गए 14, ते थल्ले किन्ना होऊगा 23, थल्ले किन्ना होऊगा अपने कोल 23, थल्ले अपने कोल आ गया 23। आ गल समझ आ गई सारिਆਂ ਨੂੰ। ਇੱਥੇ कदा की ਕੀਤਾ ਆਪਾਂ, पहली लड़की अते दूजा लड़का अते तीजा लड़का, ठीक है। तुसीं अपने वालों मान लिया कि पहली लड़की सिलैक्ट हुई है, दूजा लड़का सिलैक्ट होया ते तीजा लड़का सिलैक्ट होया। जे तां पेपर 'च ये कहा जांदा कि पहली लड़की होनी चाहिदी आ अते दूजा ते तीजा लड़का होना चाहिदा है, फिर तां अपनी कहानी इत्थों तक लोट सीगी, फिर तक कहानी इत्थों तक लोट सी, फिर तक कहानी इत्थों तक सही सीगी। पर उन्होंने कहा कि एक लड़की अते दो लड़के, इहो जे जिन्ने भी होर केस बनते आ, लड़की कित्थे कित्थे सिलैक्ट हो सकती है, ठीक है, वो सारे केस आपां नूं लिखने पैणगे। तुसीं कहोगे जिवें आपां याद आ ਆਪਾਂ ਪਹਿਲਾਂ ਕੀ ਕੀਤਾ ਸੀ ਕਿ ਦੋ ਪੱਤੇ ਸਿਲੈਕਟ ਕਰਨੇ ਸੀਗੇ, ਇੱਕ ਤਾਸ਼, ਇੱਕ ਏਸ ਦਾ ਤੇ ਇੱਕ ਰਾਜੇ ਦਾ। ਪਹਿਲਾ ਯੱਕਾ ਤੇ ਦੂਜਾ ਰਾਜਾ, ਅਤੇ ਪਹਿਲਾ ਰਾਜਾ ਅਤੇ ਦੂਜਾ ਜੱਕਾ, ਦੋ ਸੰਭਾਵਨਾਵਾਂ ਬਣੀਆਂ ਸੀ ਨਾ। ਤੇ ਮੈਂ ਕਿਹਾ ਸੀ ਜਿੱਥੇ ਦੋ ਸੰਭਾਵਨਾਵਾਂ ਬਣ ਜਾਣ, ਜਾਂ ਤਾਂ ਦੂਜਾ ਕੇਸ ਲਿਖੋ ਜਾਂ ਚੁੱਪ ਕਰਕੇ ਇੱਕ ਕੇਸ ਲਿਖ ਕੇ ਉਹਨੂੰ ਦੋ ਨਾਲ ਗੁਣਾ ਕਰ ਦਿਓ, ਕਿਉਂਕਿ ਦੂਜਾ ਕੇਸ ਵੀ ਉਵੇਂ ਹੀ ਬਣਦਾ ਹੈ, ਪਰ ਦੋ ਨਾਲ ਗੁਣਾ ਕਰਨਾ ਹੁੰਦਾ ਆਪਾਂ ਨੂੰ। ਹੁਣ ਪਹਿਲਾਂ ਤਾਂ ਇਹ ਦੱਸੋ ਕਿ ਇਹੋ ਜਿਹੀਆਂ ਕਿੰਨੀਆਂ ਸੰਭਾਵਨਾਵਾਂ ਬਣ ਸਕਦੀਆਂ। ਪਹਿਲੇ ਨੰਬਰ ਤੇ ਲੜਕੀ, ਦੂਜੇ ਤੀਜੇ ਤੇ ਲੜਕਾ, पहले नंबर ते लड़की ते दूजे नंबर ते लड़का, ठीक है। दूजा केस की होगा अपने कोल कि लड़की दूजे नंबर ते आ सकती है, लड़की तीसरे नंबर ते जा सकती है, ठीक है ना। लड़की दूजे नंबर ते आ सकती है, तीजे नंबर ते भी जा सकती है। आ जिहड़े लड़के ने ये भी आपस च एक दूजे नाल एडजस्ट हो सकते हैं। ते कुल केस पता किवें बन सकदे, किन्ने बनणगे 6। तुसीं कहोगे 6 किवें बनणगे, पहली लड़की दूजा लड़का तीजा लड़का, जां पहली लड़की दूजा लड़का तीजा लड़का, आ बदल गया आपस च, आ पहला मुंडा है आ दूजा मुंडा है, ताकि निशानियां रखी जान तुहानूं पता लगे। तीसरा केस, मुंडा पहला मुंडा अगे, लड़की इत्थे, इत्थे दूसरा मुंडा, जां B2 G B1, 4 केस हो गए। हुण तुसीं इदां करो, लड़की नूं बिल्कुल एंड च लै जाओ, पहला मुंडा दूसरा मुंडा ते लड़की, जां दूसरा मुंडा पहला मुंडा ते लड़की। इहो जिहे किन्ने केस बन गए 6। तुहाडे वास्ते समझदारी यही कहती है कि तुसीं कुछ नहीं करना, चक के 6 केस लिखण दी लोड़ नहीं हुंदी, केस सारे इक्को जिहे बनने आ, सारिਆਂ ਚ ਆਹੀ ਕੁਛ ਹੋਣਾ ਹੈ। ਤਾਂ ਤੁਸੀਂ 6 ਵਾਰ ਲਿਖਣ ਦੀ ਬਜਾਏ ਇਹਨੂੰ 6 ਨਾਲ ਗੁਣਾ ਕਰ ਦਿਓ। ਇਹ ਸਵਾਲ ਆਪਣੇ ਆਪ 'ਚ ਸਭ ਤੋਂ ਵੱਧ ਔਖਾ ਸੀਗਾ, ਤਾਂ ਤੁਸੀਂ ਬੜੀ ਆਸਾਨੀ ਨਾਲ ਇੱਥੋਂ ਜਵਾਬ ਕੱਢ ਸਕਦੇ ਹੋ ਕਿ ਇਹਦਾ ਸਵਾਲ ਜਵਾਬ ਇਹ ਆਊਗਾ, ਇਹ ਹੀ ਆ ਜਾਣਾ ਕੱਟ ਕੇ, ਠੀਕ ਆ। ਜਦੋਂ ਤੁਸੀਂ ਇਹਨੂੰ ਕੱਟੋਗੇ ਨਾ, ਆ 2 ਤੇ ਗਿਆ, ਆ 5 ਤੇ ਗਿਆ, ਆ 1 ਤੇ ਗਿਆ, ਆ 4 ਤੇ ਗਿਆ, ਠੀਕ ਆ ਜੀ, ਆ 1 ਤੇ ਗਿਆ, ਆ 3 ਤੇ ਗਿਆ, 1 ਤੇ ਗਿਆ, 2 ਤੇ ਗਿਆ, 1 ਤੇ ਗਿਆ, 7 ਤੇ ਗਿਆ, ਤਾਂ ਇੱਥੋਂ ਹੀ ਆਪਣਾ ਆਨਸਰ ਆ ਜਾਣਾ ਹੈ, ਠੀਕ ਹੈ ਜੀ। उम्मीद करदा कि आ गल चंगी तरह तुहानूं समझ आ गई होगी कि बई ये सवाल अपने आप च इन्ना औखा क्यों सैट हो गया, ठीक है, क्योंकि इत्थे उही गल आ आपां पहले ही कहा सी कि तुहाडे पेपर च गलती नाल सवाल अपने कोल आ गया कि तुहाडे पेपर च वध तों वध 2 जणिਆਂ ਨੂੰ सिलैक्ट कराया जाऊगा। जे इकट्ठे सिलैक्ट कराया गया, तिन्नां वाला केस तां बहुत लेंथी हो जाता है, तुहानूं पता ही नहीं सी लगना कि 6 नाल गुणा क्यों किया है। खैर जिन्हां नूं लग गया सही गल आ, नहीं तां कोई बहुता जरूरी भी नहीं। हाँ जी, कहंदा 1 ਤੋਂ ਲੈ ਕੇ 10 तक संपूर्ण संख्यावां ਦੀ संभावना। संपूर्ण संख्यावां ਉਹ ਹੁੰਦੀਆਂ ਹੈ ਜਿਹੜੀਆਂ ਜਾਂ ਤਾਂ ਆਪਣੇ ਪਹਾੜੇ ਤੇ ਕੱਟੀਆਂ ਜਾਂਦੀਆਂ ਹੋਣ ਤੇ ਜਾਂ ਇੱਕ ਦੇ ਪਹਾੜੇ ਤੇ ਜਾਣ। ਇਹੋ ਜਿਹੀਆਂ ਸੰਖਿਆਵਾਂ 1 ਤੋਂ ਲੈ ਕੇ 10 ਤੱਕ ਪਤਾ ਕੀਤੀਆਂ ਜਾਣ, 2 3 5 ਤੇ 7।
ਕਹਿੰਦੇ 1 ਤੋਂ ਲੈ ਕੇ 10 ਤੱਕ ਇਹਨਾਂ ਦੀ ਸੰਭਾਵਨਾ ਕਿੰਨੀ ਆਊਗੀ। ਠੀਕ ਆ, ਸਿਲੈਕਟਿੰਗ ਪ੍ਰਾਈਮ ਨੰਬਰ ਫਰੋਮ 1 ਤੋਂ ਲੈ ਕੇ 10 ਤੱਕ 2 ਆ ਸਕਦਾ, 3 ਆ ਸਕਦਾ, 5 ਆ ਸਕਦਾ, 7 ਆ ਸਕਦਾ। ਇਹ ਆ ਗਿਆ ਆਪਣੇ ਕੋਲ 4। ਇਹੋ ਜਿਹੇ ਕਿੰਨੇ ਕੇਸ ਨੇ 4 ਜੋ ਆਪਾਂ ਚਾਹੀਦੇ ਆ, ਤੇ ਕੁੱਲ ਕੇਸ ਕਿੰਨੇ ਨੇ 10। ਕਿਉਂ ਕੁੱਲ 10 ਕਿਉਂ? 1 ਤੋਂ ਲੈ ਕੇ 10 ਤੱਕ ਉਹ ਜਿੰਨੇ ਟੋਟਲ ਯਤਨ ਹੋ ਸਕਦੇ ਆ ਉਹ ਥੱਲੇ, ਤੇ ਜੋ ਸਾਨੂੰ ਚਾਹੀਦੇ ਆ ਉੱਪਰ। 4/10 2/5 ਆਂਸਰ ਆ ਗਿਆ। ਠੀਕ ਹੈ ਜੀ। ਹੁਣ ਸਭ ਤੋਂ ਇੰਪੋਰਟੈਂਟ ਗੱਲ ਨੈਕਸਟ, ਆਪਾਂ ਨੂੰ ਇੱਕ ਗੱਲ ਪਤਾ ਲੱਗ ਗਈ ਕਿ ਇਹ ਸਵਾਲ ਆਪਾਂ ਨੂੰ ਕਿਸ ਤਰੀਕੇ ਨਾਲ ਕਰਨੇ ਪੈਣੇ ਆ। ਜਿਹੜੇ ਪੱਧਰ ਦਾ ਸਵਾਲ ਆਪਾਂ ਪਹਿਲਾਂ ਕਰਕੇ ਆਏ ਆ ਉਸੇ ਲੈਵਲ ਦਾ ਹੀ ਸਵਾਲ ਆਪਾਂ ਹੁਣ ਕਰਾਂਗੇ। ਠੀਕ ਆ, ਜਿਹੜੇ ਪੱਧਰ ਦਾ ਸਵਾਲ ਆਪਾਂ ਪਹਿਲਾਂ ਕਰਕੇ ਆਏ ਆ ਉਸ ਪੱਧਰ ਦਾ ਸਵਾਲ ਹੀ ਆਪਾਂ ਹੁਣ ਇੱਕ ਫੇਰ ਕਰਾਂਗੇ। ਕਹਿੰਦੇ 3 ਗੇਂਦਾਂ ਇੱਕ ਬੈਗ ਚੋਂ ਸਿਲੈਕਟ ਕੀਤੀਆਂ ਗਈਆਂ। 3 ਗੇਂਦਾਂ ਇੱਕ ਬੈਗ ਚੋਂ ਸਿਲੈਕਟ ਕੀਤੀਆਂ ਗਈਆਂ। ਠੀਕ ਆ, ਉਹ ਤਿੰਨੇ ਗੇਂਦਾਂ ਵੱਖੋ ਵੱਖ ਰੰਗ ਦੀਆਂ ਹੋਣੀਆਂ ਚਾਹੀਦੀਆਂ ਹਨ। ਠੀਕ ਹੈ ਜੀ, ਉਹ ਗੇਂਦਾਂ ਵੱਖੋ ਵੱਖ ਰੰਗ ਦੀਆਂ ਹੋਣੀਆਂ ਚਾਹੀਦੀਆਂ ਹਨ। ਇਹਦਾ ਮਤਲਬ ਤੁਸੀਂ ਮੰਨ ਲਓ ਕਿ ਪਹਿਲੀ ਗੇਂਦ ਸਿਲੈਕਟ ਕੀਤੀ ਤਾਂ ਕਾਲੀ ਆਈ, ਅਤੇ ਦੂਜੀ ਗੇਂਦ ਸਿਲੈਕਟ ਕੀਤੀ ਤਾਂ ਲਾਲ ਆਈ, ਤੇ ਤੀਜੀ ਗੇਂਦ ਸਿਲੈਕਟ ਕੀਤੀ ਤਾਂ ਨੀਲੀ ਆਈ। ਪਹਿਲੀ ਗੇਂਦ ਕਾਲੀ ਸਿਲੈਕਟ ਕਰਨ ਦੀ ਸੰਭਾਵਨਾ ਕਿੰਨੀ ਆ 3/6, ਅਤੇ 3 ਗੇਂਦਾਂ ਸਿਲੈਕਟ ਕਰਨੀਆਂ 3, ਅਤੇ ਦੂਜੀ ਗੇਂਦ ਸਿਲੈਕਟ ਕਰਨ ਦੀ ਦੂਜੀ ਲਾਲ ਸਿਲੈਕਟ ਕਰਨੀ ਆ। ਲਾਲ ਤਾਂ 5 ਆ ਪਰ ਥੱਲੇ ਟੋਟਲ ਵਾਲਿਆਂ ਦੀ ਸੌਰੀ ਪਹਿਲੀ ਗੇਂਦ ਸਿਲੈਕਟ ਕਰਨੀ ਆ 3/5 ਤੇ 3 8, 8 ਤੇ 4 12 ਗੁਣਾ ਦੂਜੀ ਗੇਂਦ ਸਿਲੈਕਟ ਕਰਨੀ ਆ ਅੱਡ ਰੰਗ ਦੀ। ਦੂਜਾ ਰੰਗ ਕਿਹੜਾ ਹੈ? ਲਾਲ। ਲਾਲ ਤਾਂ 5 ਨੇ ਪਰ ਕੁੱਲ ਗੇਂਦਾਂ ਦੀ ਗਿਣਤੀ 11 ਰਹਿ ਗਈ ਆ। ਹੁਣ ਮੈਨੂੰ ਲੱਗਦਾ ਤੁਹਾਨੂੰ ਦੱਸਣ ਦੀ ਲੋੜ ਨਹੀਂ ਇਹ ਗੱਲ, ਕਿਉਂਕਿ ਦੂਜੀ ਲਾਲ ਸਿਲੈਕਟ ਕਰਨੀ ਆ, ਅਤੇ ਤੀਜੀ ਗੇਂਦ ਕਿਹੜੀ ਸਿਲੈਕਟ ਕਰਨੀ ਆ? ਨੀਲੀ। ਜਿਹਨੂੰ ਸਿਲੈਕਟ ਕਰਨਾ ਹੈ ਉੱਪਰ ਉਹ, ਥੱਲੇ ਕੁੱਲ ਗੇਂਦਾਂ ਪਹਿਲਾਂ 12 ਸੀ, ਫਿਰ 11 ਰਹਿ ਗਈਆਂ, ਤੀਜੀ ਤੱਕ ਪਹੁੰਚਦੀਆਂ 10 ਰਹਿ ਗਈਆਂ। ਇੱਥੋਂ ਆਪਾਂ ਪਤਾ ਕਰ ਲਿਆ ਕਿ ਪਹਿਲੀ ਗੇਂਦ ਕਾਲੀ ਆ, ਅਤੇ ਦੂਜੀ ਗੇਂਦ ਲਾਲ ਹੈ, ਅਤੇ ਤੀਜੀ ਗੇਂਦ ਨੀਲੀ ਹੈ। ਸਵਾਲ ਇੱਥੇ ਨਹੀਂ ਖਤਮ ਹੋਇਆ, ਇਹ ਤਾਂ ਹਜੇ ਇੱਕ ਕੇਸ ਬਣਿਆ। ਕੀ ਪਤਾ ਪਹਿਲੀ ਕਾਲੀ ਹੁੰਦੀ, ਦੂਜੀ ਲਾਲ ਹੁੰਦੀ, ਤੀਜੀ ਨੀਲੀ ਹੁੰਦੀ। ਠੀਕ ਆ, ਪਹਿਲੀ ਕਾਲੀ, ਦੂਜੀ ਲਾਲ, ਤੀਜੀ ਨੀਲੀ। ਇਹੋ ਜਿਹੇ ਕਿੰਨੇ ਕੇਸ ਬਣ ਸਕਦੇ ਆ? ਕੇਸ ਜਦੋਂ ਵੀ 3 ਘਟਨਾ ਵਾਪਰੀਆਂ ਹੋਣ ਨਾ ਤਾਂ ਤੁਸੀਂ ਗਿਣ ਕੇ ਦੇਖ ਲਓ। ਪਹਿਲੀ ਕਾਲੀ, ਦੂਜੀ ਲਾਲ, ਤੀਜੀ ਨੀਲੀ। ਠੀਕ ਆ, ਨੀਲੀ ਵਾਸਤੇ ਆਪਾਂ L ਲਿਖ ਲਿਆ, ਕਿਉਂਕਿ B ਲਿਖਾਂਗੇ ਤਾਂ ਚਲੋ B ਲਿਖ ਲਓ, ਛੋਟਾ B ਬਲੂ। ਠੀਕ ਆ, ਦੂਜਾ ਕੇਸ ਬਣ ਸਕਦਾ ਹੈ ਪਹਿਲੀ ਕਾਲੀ, ਦੂਜੀ ਨੀਲੀ, ਤੀਜੀ ਲਾਲ। ਤੀਸਰਾ ਕੇਸ ਬਣ ਸਕਦਾ, ਲਾਲ ਨੂੰ ਅੱਗੇ ਲਿਆਓ, ਪਹਿਲੀ ਲਾਲ, ਦੂਜੀ ਕਾਲੀ, ਤੀਜੀ ਨੀਲੀ। ਅਗਲਾ ਕੇਸ ਪਹਿਲੀ ਲਾਲ, ਦੂਜੀ ਨੀਲੀ, ਤੀਜੀ ਕਾਲੀ। ਅਗਲਾ ਕੇਸ ਪਹਿਲੀ ਨੀਲੀ, ਦੂਜੀ ਲਾਲ, ਤੀਜੀ ਕਾਲੀ। ਅਗਲਾ ਕੇਸ ਪਹਿਲੀ ਨੀਲੀ, ਦੂਜੀ ਕਾਲੀ, ਤੀਜੀ ਲਾਲ। ਜਦੋਂ 3 ਘਟਨਾ ਵਾਪਰਨ ਅਸੀਂ 10ਵੇਂ ਸਵਾਲ 'ਚ ਵੀ ਦੇਖਿਆ ਸੀਗਾ, ਤੇ ਅਸੀਂ ਇਸ ਸਵਾਲ 'ਚ ਫੇਰ ਦੇਖ ਰਹੇ ਹਾਂ ਕਿ ਸਾਡੇ ਕੋਲ ਕੁੱਲ ਕਿੰਨੇ ਕੇਸ ਬਣਦੇ ਆ ਜੀ? 6 ਕੇਸ ਬਣਦੇ ਆ। ਕਿੰਨੇ ਕੇਸ ਬਣਦੇ ਆ? ਤਾਂ ਇਸ ਟੋਟਲ ਨੰਬਰ ਆਫ ਕੇਸਿਸ ਨਾਲ ਗੁਣਾ ਵੀ ਕਰ ਦਈਦਾ ਬਾਅਦ 'ਚ, ਕਿਉਂਕਿ ਤਿੰਨੇ ਰੰਗ ਅੱਡ-ਅੱਡ ਹੋਣੇ ਚਾਹੀਦੇ ਸੀ। ਪਹਿਲੀ ਆ, ਦੂਜੀ ਆ, ਤੇ ਤੀਜੀ ਆ, ਤੇ ਫਿਰ ਉਹ ਸਾਰੇ ਕੇਸ ਜਿਹੜੇ ਆਪਾਂ ਨੂੰ ਇੱਥੋਂ ਕਾਊਂਟ ਹੋਏ ਆ। 1 ਤੇ ਕੱਟਿਆ ਗਿਆ, 2 ਤੇ ਕੱਟਿਆ ਗਿਆ, 2 ਤੇ ਕੱਟਿਆ ਗਿਆ, 5 ਤੇ ਕੱਟਿਆ ਗਿਆ। ਠੀਕ ਹੈ ਜੀ, 1 ਤੇ ਕੱਟਿਆ ਆ ਸੀ 6, 1 ਤੇ ਕੱਟਿਆ ਗਿਆ, 2 ਤੇ ਕੱਟਿਆ ਗਿਆ, 2 ਤੇ ਕੱਟਿਆ ਗਿਆ, 5 ਤੇ ਕੱਟਿਆ ਗਿਆ, 5 ਤੇ ਕੱਟਿਆ ਗਿਆ, 5 ਤੇ ਕੱਟਿਆ ਗਿਆ, 2 ਤੇ ਕੱਟਿਆ ਗਿਆ, 2 ਤੇ ਕੱਟਿਆ ਗਿਆ। ਬਚਿਆ ਇਧਰੋਂ 3, ਇਧਰੋਂ 11, 3/11 ਜਵਾਬ। ਆਹ ਸਵਾਲ ਜਿਹੜਾ 10ਵਾਂ ਸਵਾਲ ਸੀਗਾ ਇਹ ਵੀ ਆਪਣੇ ਆਪ 'ਚ, ਤੇ ਇੱਕ ਆਹ ਸਵਾਲ, ਇਹ ਆਪਣੇ ਆਪ 'ਚ ਬੇਹੱਦ ਔਖੇ ਸਵਾਲ ਸੀਗੇ, ਪਰ ਫਿਰ ਵੀ ਮੈਂ ਕਰਵਾਏ ਆ। ਕਿ ਤੁਸੀਂ ਉਹਨਾਂ ਨੇ ਕਿਹਾ ਕਿ ਤਿੰਨੇ ਵੱਖੋ ਵੱਖ ਹੋਣੀਆਂ ਚਾਹੀਦੀਆਂ। ਤੁਸੀਂ ਕਿਹਾ ਪਹਿਲੀ ਗੇਂਦ ਕੱਢੀ ਕਾਲੇ ਰੰਗ ਦੀ, ਦੂਜੀ ਗੇਂਦ ਕੱਢੀ ਲਾਲ ਰੰਗ ਦੀ, ਤੀਜੀ ਗੇਂਦ ਕੱਢੀ ਨੀਲੇ ਰੰਗ ਦੀ। ਪਹਿਲੀ ਲਾਲ, ਦੂਜੀ ਕਾਲੀ, ਪਹਿਲੀ ਕਾਲੀ, ਦੂਜੀ ਲਾਲ, ਤੀਜੀ ਨੀਲੀ। ਇਹ ਤਾਂ ਪਹਿਲੀ ਕਾਲੀ ਗੇਂਦ, ਦੂਜੀ ਲਾਲ ਗੇਂਦ, ਤੀਜੀ ਨੀਲੀ ਗੇਂਦ। ਇਹ ਤਾਂ ਤੁਸੀਂ ਆਹ ਕੱਢ ਲਿਆ। ਜੇ ਤਾਂ ਐਵੇਂ ਪੁੱਛਦੇ ਕਿ ਇਸ ਗੱਲ ਦੀ ਸੰਭਾਵਨਾ ਦੱਸੋ ਕਿ ਪਹਿਲੀ ਕਾਲੀ ਅਤੇ ਦੂਜੀ ਲਾਲ ਅਤੇ ਤੀਜੀ ਨੀਲੀ ਹੋਵੇ, ਤਾਂ ਜਵਾਬ ਇੱਥੇ ਮੁੱਕ ਜਾਣਾ ਸੀਗਾ। ਪਰ ਤੁਹਾਨੂੰ ਪਤਾ ਕਿ ਉਹਨਾਂ ਨੇ ਕਿਹਾ ਕਿ ਇੱਕ ਕਾਲੀ, ਇੱਕ ਲਾਲ ਤੇ ਇੱਕ ਨੀਲੀ ਹੋਣੀ ਚਾਹੀਦੀ ਹੈ। ਕੀ ਪਤਾ ਇਹ ਅੱਗੜ ਪਿੱਛੜ ਵੀ ਹੋ ਜਾਂਦੀਆਂ। ਤਾਂ ਇਹੋ ਜਿਹੇ ਜਿੰਨੇ ਕੇਸ ਕੁੱਲ ਬਣੇ ਉਹਦੇ ਨਾਲ ਕੀ ਕਰਤਾ? ਗੁਣਾ ਕਰਤਾ। ਜਿੰਨੇ ਵੀ ਇਹੋ ਜਿਹੇ ਕੇਸ ਬਣੇ ਆ ਤਾਂ ਜਦੋਂ ਵੀ ਆਪਾਂ ਨੂੰ ਪਤਾ ਹੈ ਕਿ ਜੇ ਕਿਸੇ ਨੇ ਕਹਿਤਾ ਕਿ 2 ਗੇਂਦਾਂ ਨੇ, ਇੱਕ ਕਾਲੀ ਆ, ਦੂਜੀ ਲਾਲ ਨਿਕਲਣੀ ਚਾਹੀਦੀ ਹੈ, ਤੁਸੀਂ ਕਹੋਗੇ ਇੱਕ ਕਾਲੀ ਅਤੇ ਦੂਜੀ ਲਾਲ, ਜਾਂ ਪਹਿਲੀ ਲਾਲ ਅਤੇ ਦੂਜੀ ਕਾਲੀ। ਫਿਰ ਤਾਂ 2 ਹੀ ਕੇਸ ਬਣਦੇ ਆ।
3 ਦੇ ਕੇਸ 'ਚ 6 ਕੇਸ ਬਣਦੇ ਆ। ਦੋਵਾਂ ਗੇਂਦਾਂ ਨੂੰ ਐਵੇਂ ਕਰਾਉਣਾ ਹੁੰਦਾ ਤੇ 2 ਕੇਸ, ਭਾਵੇਂ ਤੁਸੀਂ ਦੋਵਾਂ ਨੂੰ ਜੋੜ ਦਿਓ, ਪਰ ਜੇ ਦੋਵਾਂ ਨੂੰ ਨਹੀਂ ਵੀ ਜੋੜਨਾ ਨਾ ਤੇ ਇਹ 2 ਕੇਸ ਆ ਨਾ, ਇਹਨੂੰ 2 ਨਾਲ ਗੁਣਾ ਹੀ ਕਰ ਦਿਓ ਸਿੱਧਾ, ਤਾਂ ਵੀ ਉਹੀ ਜਵਾਬ ਆਉਂਦਾ ਹੈ, ਤਾਂ ਵੀ ਉਹੀ ਜਵਾਬ ਆਉਂਦਾ। ਆ ਦੇਖੋ ਮੈਂ 6 ਕੇਸ ਵੱਖਰੇ ਵੱਖਰੇ ਬਣਾਉਣ ਦੀ ਬਸ ਇੰਨਾ ਰੱਟਾ ਮਾਰ ਲਿਓ ਤੇ 2 ਦੇ ਕੇਸ 'ਚ 2 ਕੇਸ ਬਣਦੇ ਆ ਤੇ 3 ਦੇ ਕੇਸ 'ਚ 6 ਬਣਦੇ ਆ। ਠੀਕ ਆ, ਘਰੇ ਵਾਰ-ਵਾਰ ਵੀਡੀਓ ਨੂੰ ਦੇਖੋਗੇ ਤਾਂ ਤੁਹਾਡੀ ਆਪਣੇ ਆਪ ਹੀ ਇਸ ਟੈਨਸ਼ਨ ਨੇ ਦੂਰ ਹੋ ਜਾਣਾ ਹੈ। ਹੁਣ ਅੱਗੇ ਆ ਜਾਓ, ਕਹਿੰਦਾ 5 ਸਿੱਕੇ ਸੁੱਟੇ ਗਏ ਆ। ਕਿੰਨੇ ਸਿੱਕੇ ਸੁੱਟੇ ਗਏ ਆ? 5 ਸਿੱਕੇ ਸੁੱਟੇ ਗਏ ਆ। ਜਦੋਂ 5 ਸਿੱਕੇ ਸੁੱਟੇ ਜਾਣ ਤਾਂ ਕਿੰਨੇ ਕੇਸ ਬਣਦੇ ਆ? ਬੰਦਾ ਇੱਥੇ ਹੀ ਬੁੰਦਲ ਜੇ। ਮੈਂ ਕਹਿੰਦਾ ਮੈਂ ਕਰਾ ਕੇ ਦਿਖਾਊਂਗਾ, ਕੋਈ ਚੱਕਰ ਵਾਲੀ ਗੱਲ ਨਹੀਂ। ਸਿੱਕੇ ਦੇ 2 ਪਹਿਲੂ ਹੁੰਦੇ ਆ ਤੇ 5, 2 ਦੀ ਪਾਵਰ 5, 2 ਗੁਣੀ 4 ਦੁਣੀ 8 ਦੁਣੀ 16 ਦੁਣੀ 32। ਹੁਣ ਦੇਖੋ 32 ਨੂੰ ਆਪਾਂ ਕਿਵੇਂ ਲਿਖਾਂਗੇ? 1 2 3 4 5 6 7 8 9 10 11 12 13 14 15 ਤੇ 16। 16 ਵਾਰ ਹੈਡ ਲਿਖਾਂਗੇ ਤੇ 16 ਵਾਰ ਕੀ ਲਿਖਾਂਗੇ? ਟੇਲ ਲਿਖਾਂਗੇ। ਚਲੋ 16 ਵਾਰ ਆਪਾਂ ਕੀ ਲਿਖ ਲਿਆ ਜੀ? ਆਪਾਂ 5 ਸਿੱਕੇ ਸੀਗੇ, 16 ਵਾਰ ਹੈਡ, फिर 16 वारी टेल। 1 2 3 4 5 6 7 8 9 10 11 12 13 14 15 ਤੇ 16। फिर आपां की कीता? 8 वार हैड, 8 वार टेल। ਇੰਨੀ ਵਾਰ ਆਉਂਦਾ ਨਹੀਂ ਪੇਪਰ 'ਚ, ਪਰ ਮੈਨੂੰ ਇਹ ਸੀਗਾ ਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਵੀ ਇਹ ਕਰਨਾ ਨਹੀਂ, ਛੱਡ ਦਿਓ। 8 ਵਾਰ ਹੈਡ ਤੇ 8 ਵਾਰ टेल। फिर 4 वार हैड, 4 वार टेल, 4 वार हैड, 4 वार टेल, 4 वार हैड, 4 वार टेल, 4 वार हैड, 4 वार सॉरी 4 वार टेल। मतलब लिख सकते हो ना। फिर 2 वार हैड ते तुसी इहदे चों ओ वाले केस चक लेने आ जिन्ना च सिर्फ किन्ने हैड आए आ, किन्ने टेल आए आ? 2 हैड आया सिर्फ, जिन्ना विच सिर्फ 2 वार हैड आया है। ठीक है, जिन्ने वो केस बन गए वो उपर लिखियो, थल्ले कुल केस बन गए 32। इत्थों जवाब आ जाऊगा। ठीक है जी, मतलब इत्थों की आ जाऊगा अपने कोल जवाब आ जाऊगा। इस तरीके नाल आपां इन्हां सवालां नूं बड़े आराम नाल कर सकते हैं। ठीक है जी। हुण एक गल किसी ने कहती कि हाँ यार कि उपर अपने कोल वो आ गया, थल्ले अपने कोल किन्ने किन्ने केस इहो जे ने जिन्हां दे विच एग्जैक्टली 2 वार ही हैड आऊगा। वो केस किन्ने ने जिन्हां च एग्जैक्टली 2 वार ही हैड आउणा है। ठीक है, जदों आपां पूरे केस बनावांगे उन्हां चों असीं पछाण लांगे कि वो किन्ने केस ने। उन्होंने उपर एक तां इह आ कि बई सवाल नहीं किते खड़दा, 32 केस बनाउणे कोई औखे नहीं। 16 हैड 16 टेल, फिर 8 हैड 8 टेल, फिर 4 हैड 4 टेल 4 हैड टाल, फिर 2 हैड 2 टेल, फिर 1 हैड 1 टेल 1 हैड। 32 केस बन गए पूरे। 32 चों वो पछाण लियो जिन्हां दे विच वो आया है। ठीक है, सो ये अपने को एक तरीका हो गया। मैं तो देखो टाइम नहीं खराब करना चाहता, बट मैं कहना कि सवाल कदे भी नहीं अड़दा तुहाडा। ठीक है, ये नहीं होऊगा कि तुहाडा सवाल किते परेशानी करूगा। ठीक है, कि तुहानूं पता ही नहीं लग्गिया कि किवें करना सी ये गल। हाँ, तुसीं कहोगे नहीं सानूं किसी होर तरीके नाल भी कढ दो ये सवाल। तुहानूं किसी ने कहा कि किन्ने सिक्के उछाले गए आ? 5 सिक्के उछाले गए आ। तुसीं कहोगे फिर इस सवाल नूं मैं उवें नहीं कर सकदा यार। ये तो चलो तुसीं तरीका दसता कि मैं एक एक करके सिक्का उछालना, मैं एक एक करके सिक्का उछालना, पर किन्ने केसां दे विच हैड बनना चाहिदा है? किन्ने केसां च हैड बनना चाहिदा अपने कोल? 2 वार ही हैड आउणा चाहिदा है। ये तो गल मनदे हो ना। ठीक है, कि 2 केसां दे विच हैड आउणा चाहिदा है। 5 दे विच्चों 2 केसां च हैड आउणा चाहिदा है। हुण तुसीं एक गल देखो, मन लो पहली बार हैड आ गया, की आ गया अपने कोल? एग्जैक्टली 2 केसां च हैड आउणा चाहिदा है। पहली बार हैड आ गया, दूसरी बार अते दूजी बार सिक्का सुट्टिया फिर हैड आ गया। पहली बार सुट्टिया सिक्का हैड आ गया अते दूजी बार सिक्का सुट्टिया हैड आ गया। ठीक है, ये सवाल मैं तुहानूं इत्थे करा के दिखाउणा ताकि कन्फ्यूज ना होवो तुसीं। पहली बार सिक्का सुट्टिया ते हैड आया, दूजी बार सिक्का सुट्टिया फिर हैड आया, अते अते दा मतलब विच किहड़ा साइन आ? ये मैनूं वार-वार दस्सण दी लोड़ ना पवे हुण कि विच किहड़ा साइन आ जी? गुणा दा। पहली बार हैड अते दूजी बार भी हैड। तुसीं कहोगे ये किवें कर रहे हो? बई हुण मैं अते वाले तरीके नाल कर रहा। अते तीजी बार सुट्टिया तां टेल आया, चौथी बार सुट्टिया टेल ते पंजवीं बार सुट्टिया टेल। तुसीं कहोगे इदां क्यों लिखिया? क्योंकि मैं चाहुंदा सिर्फ किन्नी बार हैड आवे? एग्जैक्टली 2 बार। किन्नी बार हैड आवे? 2 बार। हुण
ਤੁਸੀਂ ਇਹ ਕਹੋਗੇ ਕਿ ਮੈਨੂੰ ਇਹ ਕਿਵੇਂ ਪਤਾ ਲੱਗੂਗਾ ਕਿ ਇਹੋ ਜਿਹੇ ਕੁੱਲ ਕਿੰਨੇ ਕੇਸ ਬਣਨਗੇ। ਤੁਸੀਂ ਕਿਹਾ ਕਿ ਜਦੋਂ ਆਪਾਂ ਇੱਕ ਕੇਸ ਹੋਵੇ ਆਪਣੇ ਕੋਲ, ਜਦੋਂ ਆਪਣੇ ਕੋਲ ਇੱਕ ਕੇਸ ਹੋਵੇ, ਜਦ ਕਿ 2 ਸੁੱਟਣੇ ਹੋਣ ਤਾਂ ਆਪਣੇ 2 ਕੇਸ ਬਣਦੇ ਆ, 3 ਸੁੱਟਣੇ ਹੋਣ ਤਾਂ ਉਹਦੇ 6 ਕੇਸ ਬਣਦੇ ਆ। ਇਹਦੇ ਕਿੰਨੇ ਕੇਸ ਬਣਨਗੇ? ਇਹਦੇ ਕੁੱਲ ਬਣਦੇ ਆ 10 ਕੇਸ। ਕਿੰਨੇ ਕੇਸ ਬਣਦੇ ਆ ਜੀ? 10। ਤੁਸੀਂ ਕਹੋਗੇ ਕਿਹੜੇ ਕਿਹੜੇ? ਪਹਿਲੀ ਦੂਜੀ ਵਾਰ ਹੈਡ ਆ ਗਿਆ, ਪਹਿਲੀ ਵਾਰ ਹੈਡ, ਦੂਜੀ ਵਾਰ ਟੇਲ, ਤੀਜੀ ਵਾਰ ਹੈਡ, ਅਗਲਾ ਟੇਲ, ਅਗਲਾ ਟੇਲ, ਆ ਵੀ ਆ ਸਕਦਾ ਕੇਸ। ਫਿਰ ਇੱਥੇ ਹੈਡ, ਇੱਥੇ ਟੇਲ, ਇੱਥੇ ਟੇਲ, ਇੱਥੇ ਹੈਡ, ਇੱਥੇ ਟੇਲ, ਐਵੇਂ ਵੀ ਹੋ ਸਕਦਾ। ਤੀਸਰਾ ਕੇਸ। ਇਹੋ ਜਿਹੇ ਕੁੱਲ ਕਿੰਨੇ ਕੇਸ ਬਣਨਗੇ ਆਪਣੇ ਕੋਲ? 10 ਕੇਸ ਬਣਨਗੇ। ਕਿੰਨੇ ਕੇਸ ਬਣਨਗੇ? 10। ਤੁਸੀਂ ਕਹੋਗੇ 10 ਕੇਸ ਹੀ ਕਿਉਂ ਬਣਨਗੇ ਬਈ? ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾਵੇ ਕਿ ਪਹਿਲੀ ਵਾਰੀ ਹੈਡ ਆਇਆ, ਦੂਜੀ ਵਾਰ ਹੈਡ ਆਇਆ, ਤੀਜੀ ਚੌਥੀ ਵਾਰੀ ਟੇਲ ਆ ਗਿਆ। ਪਹਿਲਾ ਹੈਡ, ਫਿਰ ਦੂਜੀ ਵਾਰ ਟੇਲ, ਇੱਥੇ ਹੈਡ, ਇੱਥੇ ਟੇਲ। ਹੁਣ ਇੱਥੇ ਹੈਡ ਚੌਥੀ ਜਗ੍ਹਾ ਤੇ ਜਾ ਕੇ ਪਹਿਲਾਂ ਇੱਥੇ ਹੈਡ ਆਇਆ ਸੀਗਾ, ਫਿਰ ਪਹਿਲਾਂ ਦੂਜੀ ਜਗ੍ਹਾ ਤੇ, ਪਹਿਲੀ ਜਗ੍ਹਾ ਤੇ ਤਾਂ ਹੈਡ ਫਿਕਸ ਹੈ ਹੀ ਹੈ ਆ, ਪਹਿਲਾਂ ਦੂਜੀ ਜਗ੍ਹਾ ਤੇ ਹੈਡ, ਦੂਜੇ ਸਵਾਲ 'ਚ ਤੀਜੀ ਜਗ੍ਹਾ ਤੇ ਹੈਡ, ਤੀਜੇ ਸਵਾਲ 'ਚ ਚੌਥੀ ਜਗ੍ਹਾ ਤੇ ਹੈਡ, ਪੰਜਵੇਂ ਸਵਾਲ 'ਚ ਪੰਜਵੀਂ ਜਗ੍ਹਾ ਤੇ ਹੈਡ, ਅਗਲੇ 'ਚ ਪੰਜਵੀਂ ਜਗ੍ਹਾ ਤੇ ਹੈਡ ਆ ਗਿਆ। ਪਹਿਲਾਂ ਇੱਕ ਹੈਡ ਨਾਲ ਚੱਲੇ, ਫਿਰ ਆਪਾਂ ਦੂਜੇ ਹੈਡ ਨਾਲ ਚੱਲੇ। ਜਿੰਨੇ ਕੁੱਲ ਕੇਸ ਬਣਨਗੇ ਉਨੇ ਨਾਲ ਆਪਾਂ ਇਹਨੂੰ ਪਹਿਲੇ ਵਾਲੇ ਕੇਸ ਨੂੰ ਗੁਣਾ ਕਰ ਦਾਂਗੇ। ਤੇ ਪਹਿਲੇ ਵਾਲਾ ਕੇਸ ਕੀ ਆ? ਹੈਡ ਆਉਣਾ 1/2, ਦੂਜੇ ਕੇਸ 'ਚ ਵੀ ਹੈਡ ਆਉਣਾ 1/2, ਫਿਰ ਟੇਲ ਆਉਣਾ, ਤੇ ਰੱਬ ਦੀ ਕਿਰਪਾ ਨਾਲ ਟੇਲ ਆਉਣ ਦੀ ਪ੍ਰੋਬੈਬਿਲਿਟੀ ਵੀ ਉਹੀ ਹੁੰਦੀ ਹੈ। ਆ ਲਓ ਜੀ, ਇਸ ਤਰੀਕੇ ਨਾਲ ਆਪਾਂ ਇਸ ਸਵਾਲ ਨੂੰ ਕੀ ਕਰ ਸਕਦੇ ਹਾਂ ਜੀ? ਹੱਲ ਕਰ ਸਕਦੇ ਹਾਂ। ਕਿਸੇ ਨੂੰ ਕੋਈ ਡਾਊਟ ਇਹਦੇ 'ਚ? ਠੀਕ ਹੈ। ਸੋ ਐਵੇਂ ਆਪਾਂ ਨੂੰ ਪਤਾ ਹੈ ਕਿ ਇਹ ਸਵਾਲ ਜਿਹੜਾ ਜੀ ਇਸ ਤਰੀਕੇ ਨਾਲ ਆਪਾਂ ਨੂੰ ਬਣੂਗਾ ਕਿ 5 ਤਾਂ ਆਪਣੇ ਕੋਲ ਆ ਗਏ। ਪਹਿਲੀ ਗੱਲ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਪਹਿਲੀ ਵਾਰ ਹੈਡ ਆਇਆ, ਦੂਜੀ ਵਾਰ ਵੀ ਹੈਡ ਆਇਆ, ਤੀਜੀ ਵਾਰ ਟੇਲ ਆ, ਚੌਥੀ ਵਾਰ ਟੇਲ ਆ, ਤੇ ਪੰਜਵੀਂ ਵਾਰ ਟੇਲ ਆ। ਇਹੋ ਜਿਹੇ ਪਹਿਲਾ ਕੇਸ ਇਹ ਬਣ ਗਿਆ। ਤੇ ਮੈਂ ਇਹ ਵੀ ਸਾਬਤ ਕਰ ਚੁੱਕਿਆ ਕਿ ਇਹੋ ਜਿਹੇ ਕੁੱਲ ਕਿੰਨੇ ਕੇਸ ਬਣਦੇ ਆ? 10। ਕਿੰਨੇ ਕੇਸ ਬਣਦੇ ਆ ਜੀ? 10। ਤਾਂ ਤੁਸੀਂ ਇਹਨੂੰ 10 ਨਾਲ ਗੁਣਾ ਕਰੋ, 10/32 ਤੇ ਕੱਟ ਕੇ ਆਊਗਾ 5/16। ਜਵਾਬ ਆ ਗਿਆ। ਇਹਦਾ ਮਤਲਬ ਆ ਵੀ ਇੱਕ ਤਰੀਕਾ ਹੈਗਾ ਕਰਨ ਦਾ। ਪਰ ਹਜੇ ਵੀ ਤੁਹਾਡੇ ਦਿਮਾਗ 'ਚ ਕਿਸੇ ਦੇ ਮਨ 'ਚ ਸ਼ੰਕਾ ਹੈ ਕਿ ਯਾਰ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਇਹਦੇ 10 ਕੇਸ ਬਣਦੇ ਆ। ਚਲੋ ਅਦਰਵਾਈਜ਼ ਅਸੀਂ ਇਸ ਤਰੀਕੇ ਨਾਲ ਕਰ ਲੈਂਦੇ ਕਿ 5 ਸਿੱਕੇ ਸੁੱਟੇ ਗਏ ਆ, 32 ਕੇਸ ਬਣਦੇ ਆ। ਪਹਿਲਾਂ 16 ਹੈਡ ਲਿਖ ਲਏ, ਫਿਰ 16 ਟੇਲ, ਫਿਰ 8 ਹੈਡ 8 ਟੇਲ, 8 ਹੈਡ 8 ਟੇਲ, ਫਿਰ 4 ਹੈਡ 4 ਟੇਲ, 4 ਹੈਡ 4 ਟੇਲ, 4 ਹੈਡ 4 ਟੇਲ, ਫਿਰ 2 ਹੈਡ 2 ਟੇਲ। ਫਿਰ ਅਸੀਂ ਸਾਰੇ ਕੇਸ ਬਣਾ ਲਏ 32 ਦੇ 32। 32 ਦੇ 32 ਕੇਸਾਂ 'ਚ ਉਹ ਵਾਲੇ ਅੱਖਰ ਪਛਾਣ ਲਏ ਜਿੱਥੇ ਸਿਰਫ 2-2 ਵਾਰ ਹੈਡ ਆਏ ਆ। ਜਿਵੇਂ ਜਿਵੇਂ ਆ ਵਾਲਾ, ਆ ਵੀ ਆਣੀ, ਇਹ 'ਚ ਇੱਕੋ ਹੀ ਹੈਡ ਆਇਆ ਅੱਗੇ। ਇਹੋ ਜਿਹੇ ਕੇਸ ਪਛਾਣ ਲਏ, ਉਧਰੋਂ ਇਹੋ ਜਿਹੇ ਕੇਸ ਪਛਾਣ ਲਏ, ਤੇ ਉਹ ਪਤਾ ਕਿੰਨੇ ਨਿਕਲ ਕੇ ਆਉਣੇ ਸੀਗੇ? ਉਹ ਕੇਸ ਨਿਕਲ ਕੇ ਆਉਣੇ ਸੀਗੇ 10। ਤੇ 10/32 ਦਿਖਣਾ ਸੀਗਾ ਤੇ 5/16 ਆ ਜਾਣਾ ਸੀ। ਫਿਰ ਆਹ ਵਾਲੇ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਪੈਣੀ ਆਪਾਂ ਨੂੰ। ਠੀਕ ਆ। ਹੁਣ ਤੁਸੀਂ ਇਹ ਵੀ ਕਹੋਗੇ ਕਿ ਯਾਰ ਮੇਰੇ ਕੋਲ 5 ਸਿੱਕੇ ਸੀਗੇ, ਉਹਨਾਂ 'ਚ 2 ਤੇ ਹੈਡ ਆਉਣਾ ਚਾਹੀਦਾ ਸੀ, ਇਹਦੇ ਕੇਸ 10 ਬਣੇ ਆ। ਮੈਨੂੰ ਕਿਵੇਂ ਪਤਾ ਲੱਗੂਗਾ ਕਿ ਇਹਦੇ ਕੇਸ ਜਿਹੜੇ ਆ ਜੀ ਉਹ 10 ਬਣੇ ਆ? ਮੈਨੂੰ ਕਿਵੇਂ ਪਤਾ ਲੱਗੂਗਾ ਕਿ ਇਹਦੇ ਕੇਸ ਜਿਹੜੇ ਆ ਜੀ ਉਹ 10 ਬਣੇ ਆ? ਠੀਕ ਹੈ। ਹੁਣ ਇਹਦੇ ਕੇਸ 10 ਬਣੇ ਆ, ਇਹਦੇ ਵਾਸਤੇ ਮੈਨੂੰ ਨਾ ਇੱਕ ਲੈਵਲ ਉੱਪਰ ਜਾਣਾ ਪਊਗਾ ਮੈਥ ਸਮਝਾਉਣ ਵਾਸਤੇ, ਜਿੱਥੇ ਮੈਂ ਜਾਣ ਤੋਂ ਬਚਣਾ ਚਾਹੁੰਦਾ। ਪਰ ਫਿਰ ਵੀ ਤੁਹਾਡੇ 'ਚੋਂ ਕੋਈ ਵੀ ਹੋ ਸਕਦਾ ਕਿ ਯਾਰ ਸਾਨੂੰ ਦੱਸ ਦਿਓ, ਅਸੀਂ ਸੁਣ ਲਾਂਗੇ, ਬਾਕੀਆਂ ਵਾਸਤੇ ਇਗਨੋਰ ਕਰ ਲਿਓ ਆ ਗੱਲ। ਤੁਹਾਨੂੰ ਕਿਸੇ ਨੇ ਕਹਿਤਾ ਕਿ ਤੁਹਾਡੇ ਕੋਲ 5 ਸਿੱਕੇ ਆ, ਉਹਨਾਂ 'ਚੋਂ 2 ਤੇ ਹੈਡ ਆਉਣੀ ਚਾਹੀਦੀ ਆ। ਕਿੰਨਿਆਂ ਤੇ ਹੈਡ ਆਉਣੀ ਚਾਹੀਦੀ ਆ? 2 ਤੇ। ਇਹਦੇ ਕੇਸ ਕਿੰਨੇ ਬਣਨਗੇ? ਬਸ ਕੇਸ ਵਾਸਤੇ ਇੱਥੇ ਕੰਬੀਨੇਸ਼ਨ ਦਾ C ਵਰਤ ਲਿਆ ਕਰੋ। ਤੁਸੀਂ ਕਹੋਗੇ ਆਹ ਕੀ ਆ? ਇਹਦੇ ਬਾਰੇ ਨਾ ਚਾਹੋ ਚੱਕਰਾਂ 'ਚ। ਕਿੰਨੇ ਕੇਸ ਬਣਨੇ ਆ, ਉਹਨਾਂ 'ਚ ਤੁਸੀਂ ਕਿੰਨੇ ਹੈਡ ਲਿਆਉਣਾ ਚਾਹੁੰਦੇ ਹੋ? 2। 5C2 ਉੱਪਰ ਆਊਗਾ 5 ਦਾ ਆਹ ਚੀਜ਼, ਇਹਨੂੰ ਕਹਿੰਦੇ ਆ ਫੈਕਟੋਰੀਅਲ। ਲਾਈਨ ਮਾਰ ਕੇ ਉਹਦੇ ਥੱਲੇ ਬਿੰਦੀ ਬਟੇ 'ਚ, ਥੱਲੇ ਆ ਸਿੱਧਾ ਆ ਜਾਊਗਾ। ਥੱਲੇ ਕੀ ਆ ਭਲਾ? 2 ਦਾ ਗੁਣਾ 2 ਦਾ ਵੀ ਆ ਫੈਕਟੋਰੀਅਲ, ਇਹਨੂੰ ਫੈਕਟੋਰੀਅਲ ਕਹਿ ਦਿੰਦੇ ਆ। ਗੁਣਾ 5 'ਚੋਂ 2 ਘਟਾ ਕੇ ਕਿੰਨਾ ਆਊਗਾ? 3 ਦਾ ਫੈਕਟੋਰੀਅਲ। ਇਹਨੂੰ ਹੱਲ ਕਰ ਦੋ। ਤੁਸੀਂ ਕਹੋਗੇ ਆਹ ਕੀ ਆ ਗਈ ਨਵੀਂ ਸਮੱਸਿਆ? ਕੁਛ ਨਹੀਂਗਾ। 5 ਦਾ ਫੈਕਟੋਰੀਅਲ ਹੁੰਦਾ ਹੈ 5 ਗੁਣਾ 4 ਗੁਣਾ 3 ਗੁਣਾ 2 ਗੁਣਾ 1, ਤੇ 2 ਦਾ ਫੈਕਟੋਰੀਅਲ ਹੁੰਦਾ ਹੈ 2 ਗੁਣਾ 1 ਗੁਣਾ 3 ਦਾ ਫੈਕਟੋਰੀਅਲ ਹੁੰਦਾ 3 ਗੁਣਾ 2 ਗੁਣਾ 1। 3 ਗੁਣਾ 2 ਗੁਣਾ 1 ਨਾਲ 3 ਗੁਣਾ 2 ਗੁਣਾ 1 ਕੱਟਿਆ ਗਿਆ, 2 ਨਾਲ 4 ਕੱਟਿਆ ਗਿਆ 2, ਤੇ 5 ਗੁਣਾ 2 ਕਿੰਨਾ ਆ ਗਿਆ? 10। ਸਿੱਧਾ ਪਤਾ ਲੱਗ ਗਿਆ ਨਾ ਕਿ 10 ਕੇਸ ਬਣਨਗੇ। ਠੀਕ ਆ। ਤੁਸੀਂ ਕਹੋਗੇ ਹੁਣ ਨਾਲ ਲੱਗਦੇ ਉੱਪਰਲੇ ਵੀ ਸਮਝਾ ਦਿਓ, ਨਾਲ ਲੱਗਦੇ ਇਹ ਵੀ ਸਮਝਾ ਦਿਓ। ਜਦੋਂ 3 ਗੇਂਦਾਂ ਸੁੱਟੀਆਂ ਜਾਣ
ਜਦੋਂ 3 गेंदा सुट्टियां जाण तां आपां नूं चाहुंदे आ कि असीं इस गल दी संभावना एक गेंद सिलेक्ट करनी असीं, ठीक है ना। 3 गेंदा सिलेक्ट करनी, 3 गेंदा सी ते असीं किन्नियां किन्नियां करके गेंदा सिलेक्ट कर रहे हैं भला, एक एक करके। तो सानू पता है कि असीं एक एक करके गेंद सिलेक्ट कर रहे हैं, पहली लाल, दूजी आ ते तीजी आ, इहो जिहियां किन्ने केस बनणगे। कुल गेंदा किन्नियां ने 3 ते असीं उन्हां चों सिलेक्ट किन्नियां करनियां, एक टाइम ते एक। अगड़ पिछड़ दे किन्ने केस बना सकदियां, 3 C 1, उपर 3 दा फैक्टोरीयल, थल्ले पहलां तां 1 दा फैक्टोरीयल सीधा ही ते फिर उपरों घटा के उपर आ गया 3 गुणा 2 गुणा 1, थल्ले 1 दा फैक्टोरीयल 1 ही रहिंदा है ते 2 दा फैक्टोरीयल हुंदा 2 गुणा 1, इहदे नाल आ कट्टिया गया। इहो जे किन्ने केस बनदे अपने कोल, सॉरी 3 दे केस च सॉरी इत्थे तरीका नहीं चलूगा क्योंकि ये परमुटेशन आ, इत्थे अरेंजमेंट आ, इत्थे रहन दो ये चीज़, ठीक है। 3 दे इस केस दे विच आपां नूं आही चलाउणा पऊगा, मैं दस दूंगा अगे जाके कि इहदे च की गड़बड़ होई है, ठीक है। तो प्लीज़ इस चीज़ नूं विचों थोड़ा जिहा स्किप कर दिओ तां आपां नूं एटलीस्ट इत्थों तक ते पता लग गया कि साडे केस जिहड़े आ वो 6 किवें बने आ, ठीक है। इनू मैं लास्ट जांदा जांदा जस्टिफाई करके जाना, पर मैं ये कहना कि एडी लंबी संभावना तक तुहानूं चक्करां च पैण दी लोड़ ही नहीं। बस तुसी तां इन्ना देखण दी कोशिश करियो कि जे तुहाडे कोल सीधा एवें निकलदा होया ना, जे आपां नूं पता यार कि मैथ दे 10 ਜਾਂ 2 ਜਾਂ 4 जिन्ने सवाल भी आने आ, जे प्रोबेबिलिटी दा एक सवाल अपना अड़दा भी दस्सिया असीं किवें मर्जी कढ सकदे आ, ठीक है। मैं इन्हां तरीकिਆਂ च ਕੰਬੀਨੇਸ਼ਨ ਦੇ ਤਰੀਕਿਆਂ च तां नहीं ज़्यादा पाउणा चाहुंदा क्योंकि मैनूं ऐ आ कि जे एक डाउट आई ਉਹਨੂੰ ਸਮਝਾਉਣ ਲਈ मैनूं एक स्टैप होर अगे जाना पिया ਤਾਂ ਕੰਮ ਉਲਝਦਾ ਜਾਊਗਾ ਤੁਹਾਡੇ ਵਾਸਤੇ, ਮੇਰੇ ਲਈ ਕਰਾਉਣਾ ਔਖਾ नहीं होਊਗਾ। जे एक डाउट आ भी गई ਉਹਨੂੰ ਸੁਲਝਾਉਣ ਲਈ मैं बहुत अगे चल जूंगा, पर मैं जाना नहीं चाहता, ठीक है। मैं अपने दायरे च रह के समझाना चाहना। तुसी आही एक तरीका बेस्ट आ कि 5 सिक्के सुट्टे तो 5 वाला तो पेपर च पाउंदे भी नहीं, हद तुसी अपनियां किताबां च ते पेपर च आए सवाल देखिया करो। 3 सिक्के सुट्टे गए तो 8 केस बनणगे, 4 हैड 4 टेल, 2 फिर 2 हैड 2 टेल, 2 हैड 2 टेल, फिर 1 हैड 1 टेल, 1 हैड 1 टेल। सो इन्ने लंबे तक तो पेपरां वाले कदे भी नहीं जांदे। तुसी इत्थे पाए हुए सवाल जिहड़े आ उन्हां नूं बेशक किसी होर पद्धर ते कराया गया होवे, पर तुहाडे पेपरां च आए हुए सवाल, तुहाडे टैस्टां च आए हुए सवाल तुहानूं बड़े आसान लगणगे। तुसी उन्हां सवालां ते ज़्यादा फोकस करना है। इत्थे मेरा मकसद आ कंसैप्ट क्लीयर कराउण दा। 52 कार्डां दे डैक विचों बेगम खिੱਚਣ ਦੀ संभावना, बेगम किन्ने हुंदे आ भला, 4 बेगम यानी कि क्वीन 4 ही हुंदियां, तो आंसर आ गया 4/52। देखो किड्डा सौखा सवाल सी, आंसर किन्ना आ गया अपने कोल 4/52। कहंदा एक पत्ता कढ़िया गया, इस गल की संभावना दसो कि जां तां ओह एस आ, मतलब यक्का है, जां राजा है ते जां राणी आ, जां ओह यक्का, एक पत्ता कढ़िया गया, जां तो यक्का है, जां राजा है, जां राणी आ। डरन की लोड़ ही नहीं। पहला मान लो कि एक ही पत्ता कढ़िया ना, राजा वो यक्का है, यक्के किन्ने हुंदे आ 4, 4/52। जां दा मतलब आ प्लस, ते प्लस करते हुए इस गल का खास ध्यान रखियो। तुहाडे चों कई कह देणगे कि हुण राजा होना चाहिए, राजे का 4 थल्ले 51 नहीं होना थल्ले। वजह पता की आ, जदों प्लस होवे ना इहदा मतलब पहला पत्ता पहला केस खत्म ही हो गया। जां तो राजा सी, जां ओ की सीगा यक्का सी, जां ओ राजा सी, जां ओ पत्ता की सीगा राणी। राणी भी किन्नी हुंदी आ 4/52। बई वो पत्ते किहड़ा आपां 2 कड्ढे आ कि पहला राजा अते दूजी राणी। पहला जां ओ राजा सी 4/52, जां ओ यक्का सी 4/52, जां ओ राणी सी 4/52, या तिन्हां नूं जोड़ता। ये आ गया जदों थल्ले वाला डिनोमीनेटर सेम होवे तां सीधा लिख दो ते उपर वालिआं नूं आपस च जोड़ दईदा है 12/52। ये कितना आ गया 12/52 आ गया, यानी कि कट के आ गया अपने को जो भी इसका जवाब आ गया, ठीक है ना। नैक्सट उस तो बाद 3/13 जो भी इसका जवाब बनूगा आ देखो, बिल्कुल भी किते घबराउण दी लोड़ नहीं। हाँ तुहानूं किसी ने कहता कि एक पत्ता जां तां स्पीड होवे, स्पीड का मतलब हुंदा है अपने कोल पंजाबी च मैं लिखिया सीगा भुल गया, स्पीड का मतलब हुंदा है शायद स्पीड का मतलब हुंदा हुक्म, ते जां क्लब होवे चिड़ी। वध तो वध पता की आ उल्ट हो सकते हैं, मैनूं नहीं पता यार। जां हुक्म होवे जां चिड़ी। तुसी कहोगे यार जां वाले केस तां ठीक आ, एक पत्ता कढ़िया गया, जां हुक्म होवे जां चिड़ी होवे। तुसी तां पहलां जां वाले सवाल किसी होर तरीके नाल कराए सीगे, हुक्म जां चिड़ी,
ਹੁਕਮ ਜਾਂ ਚਿੜੀ। ਇਹ ਸਵਾਲ ਤਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਕਰਾਏ ਸੀਗੇ, ਉਹ ਐਵੇਂ ਕਰਾਏ ਸੀ ਪ੍ਰੋਬੈਬਿਲਿਟੀ ਆਫ ਹੁਕਮ, ਹੁਕਮ ਨੂੰ ਮੈਂ ਲਿਖਤਾ ਸਪੇਡ ਜਾਂ ਚਿੜੀ, ਚਿੜੀ ਨੂੰ ਲਿਖਤਾ ਕਲੱਬ। ਮੰਨ ਲਓ ਆਏ, ਮੈਂ ਤਾਂ ਐਵੇਂ ਕਰਾਇਆ ਸੀ ਕਿ ਪਹਿਲਾਂ ਸੰਭਾਵਨਾ ਲਿਖੋ ਉਹਦੀ ਹੁਕਮ ਦੀ ਜਮਾ, ਫਿਰ ਸੰਭਾਵਨਾ ਲਿਖੋ ਚਿੜੀ ਦੀ ਜਾਨੀ ਕਿ ਕਲੱਬ ਦੀ ਮਾਈਨਸ, ਫਿਰ ਲਿਖੋ ਦੋਵਾਂ ਦੀ। ਤੁਸੀਂ ਕਹੋਗੇ ਹੁਣ ਤਾਂ ਆਹ ਤਾਂ ਫਾਰਮੂਲਾ ਹੀ ਨਹੀਂ ਲਾ ਰਹੇ ਤੁਸੀਂ ਤਾਂ ਸਿੱਧਾ ਹੀ ਕਹੀ ਜਾ ਰਹੇ ਹੋ। ਚਲੋ ਐਵੇਂ ਫਾਰਮੂਲਾ ਲਾ ਲੈਂਦੇ ਆ ਬਈ। ਇੱਕ ਗੱਲ ਦੇਖੋ, ਸਪੇਡ ਕਿੰਨੇ ਹੁੰਦੇ ਆ ਕੁੱਲ 13, ਤਾਂ ਇੱਕ ਸਪੇਡ ਦੇ ਆਉਣ ਦੀ ਸੰਭਾਵਨਾ ਕਿੰਨੀ ਹੋ ਸਕਦੀ ਆ? ਜੇ ਤੁਸੀਂ ਇੱਕ ਪੱਤਾ ਸਿਲੈਕਟ ਕੀਤਾ ਤੇ ਉਹ ਸਪੇਡ ਆਵੇ, ਉਹਦੀ ਸੰਭਾਵਨਾ ਕਿੰਨੀ ਆਊਗੀ ਭਲਾ? 13/52। ਕਿੰਨੀ ਆਊਗੀ? 13/52। ਉਹ ਕਲੱਬ ਹੋਵੇ ਉਹਦੀ ਸੰਭਾਵਨਾ ਕਿੰਨੀ ਆਊਗੀ? 13/52। ਉਹਦੀ ਸੰਭਾਵਨਾ ਕਿੰਨੀ ਆਊਗੀ? 13/52, ਕਿਉਂਕਿ ਉਹਦੇ ਪੱਤੇ ਵੀ 13 ਹੁੰਦੇ ਆ ਤੇ 13 ਜਾਂ ਦਾ ਮਤਲਬ ਆ ਜਾਂ ਆਹ ਹੋਊਗਾ ਜਾਂ ਉਹ ਹੋਊਗਾ, ਵਿੱਚ ਇਹ ਨਾ 12 ਨਾ ਕਰ ਦਿਓ ਕਿਉਂਕਿ ਜਾਂ ਇੱਥੇ ਪਲੱਸ ਵਾਲਿਆਂ 'ਚ ਨੰਬਰ ਘਟਦਾ ਨਹੀਂ ਇੱਕ, ਮਾਈਨਸ ਦੋਵੇਂ। ਉਹ ਪੱਤਾ ਸਪੇਡ ਵੀ ਹੋਵੇ ਤੇ ਕਲੱਬ ਵੀ ਹੋਵੇ, ਇਜ਼ ਇਟ ਪੋਸੀਬਲ? ਨਹੀਂ, ਇਹੋ ਜਿਹੀ ਕੋਈ ਗੱਲ ਹੀ ਨਹੀਂ ਹੁੰਦੀ। ਹਾਂ, ਜੇ ਉਹ ਇਹ ਕਹਿ ਦਿੰਦਾ ਕਿ ਉਹ ਰਾਜਾ ਹੋਵੇ ਜਾਂ ਚਿੜੀ ਹੋਵੇ, ਫਿਰ ਤਾਂ ਮੈਂ ਮੰਨਦਾ ਕਿ ਰਾਜੇ ਹੋਣ ਦੀ ਪ੍ਰੋਬੈਬਿਲਿਟੀ 4/52, ਚਿੜੀ ਹੋਣ ਦੀ ਪ੍ਰੋਬੈਬਿਲਿਟੀ 13/52 ਤੇ ਰਾਜੇ ਦੇ ਨਾਲ ਚਿੜੀ ਹੋਣ ਦੀ ਪ੍ਰੋਬੈਬਿਲਿਟੀ, ਰਾਜੇ ਦੇ ਨਾਲ ਚਿੜੀ ਹੋਣ ਦੀ। ਮੈਂ ਕਿਹਾ ਸੀ ਨਾ ਪਿੱਛੇ ਜੇ ਕਿ ਇੱਕ ਸਵਾਲ ਅੱਗੇ ਜਾ ਕੇ ਕਰਾਉਂਗਾ, ਉਹ ਹੁਣ ਯਾਦ ਆਇਆ ਮੈਨੂੰ, ਉਹ ਹੁਣ ਕਰਾਉਂਗਾ ਸਵਾਲ। ਜੇ ਉਹ ਸਪੇਡ ਹੋਵੇ ਜਾਂ ਆ ਹੋਵੇ 13/52 ਪਲੱਸ 13/52 ਤੇ ਆਨਸਰ ਆਪਣੇ ਕੋਲ ਉਹਨਾਂ ਨੇ ਕਿਹਾ ਕਿ ਵਟ ਇਜ਼ ਦੀ ਪ੍ਰੋਬੈਬਿਲਿਟੀ ਆਫ ਕਾਰਡ ਆਫ ਸਪੇਡ ਔਰ ਕਲੱਬ, ਤਾਂ ਇਹ ਆਉਣਾ ਸੀ 13/52 ਪਲੱਸ 13/52, ਇਹ ਆਉਣਾ ਸੀ 26/52, 1/12 ਨਹੀਂ 1/2, 26/52 ਯਾਨੀ ਕਿ 1/2। ਆਹ ਸਵਾਲ ਦਾ ਜਵਾਬ ਆ ਜੀ। ਸਪੇਡ ਔਰ ਕਲੱਬ, ਜਾਂ ਸਪੇਡ ਹੋਵੇ ਤੇ ਜਾਂ ਕੀ ਹੋਵੇ ਉਹ ਕਲੱਬ ਹੋਵੇ। ਤੁਸੀਂ ਇੱਕ ਸਵਾਲ ਮੈਨੂੰ ਹੋਰ ਕੱਢ ਕੇ ਦਿਓ ਤਾਂ ਕਿ ਇਸ ਸਵਾਲ ਨੂੰ ਪੂਰਾ ਕੀਤਾ ਜਾ ਸਕੇ। ਜਿਹੜੇ ਸਵਾਲ ਮੈਂ ਕਰਨ ਵਾਸਤੇ ਕਹੇ ਆ ਤੁਹਾਡੇ ਸਿਲੇਬਸ 'ਚ ਉਹੀ ਨੇ, ETT ਵਾਲਿਆਂ ਦੇ ਸਿਲੇਬਸ 'ਚ ਹਾਈ ਲੈਵਲ ਦੇ ਸਵਾਲ ਨਹੀਂ ਆਉਣਗੇ। ਪਿਛਲੀ ਵਾਰ ਆਏ ਹੋਏ ਪੇਪਰ ਜਾਂ ਹੋਰ PPSC ਦੇ ਪੇਪਰਾਂ ਦੇ ਵਿੱਚ, ਜੇ PPSC ਵਾਲਾ ਕੋਈ ਬੱਚਾ ਵੈਸੇ ਹੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਤੇ ਉਹਨੂੰ ਲੱਗ ਰਿਹਾ ਕਿ ਮੇਰੇ ਤਾਂ ਬੜੇ ਕਨਸੈਪਟ ਕਲੀਅਰ ਹੋਏ ਆ, ਉਹ ਇਸ ਵੀਡੀਓ ਤੱਕ ਦੇ ਇਸ ਸਵਾਲ ਤੱਕ ਨੂੰ 5 ਸਿੱਕਿਆਂ ਤੱਕ ਦੇ ਸਵਾਲ ਨੂੰ ਦੇਖ ਸਕਦਾ ਹੈ। ETT ਵਾਲੇ ਚੈੱਕ ਕਰ ਲੈਣ, ਉਹਨਾਂ ਦੇ ਕਿਸੇ ਪੇਪਰ 'ਚ ਨਾ ਤਾਂ ਉਹਨਾਂ ਦੇ ਪੇਪਰਾਂ 'ਚ ਕਦੀ ਇਹੋ ਜਿਹੇ ਸਵਾਲ ਆਏ ਆ ਤੇ ਨਾ ਹੀ ਉਹਨਾਂ ਦੇ ਪੇਪਰਾਂ 'ਚ ਆਉਣੇ ਆ, ਪਰ ਬਾਕੀ ਸਾਰੇ ਸਵਾਲ ਜਿਹੜੇ ਸੌਖੇ ਨੇ ਉਹ ਉਸੇ ਪੱਧਰ ਦੇ ਸਵਾਲ ਉੱਥੇ ਆਉਣੇ ਆ। ਉਮੀਦ ਕਰਦਾ ਕਿ ਗੱਲ ਚੰਗੀ ਤਰ੍ਹਾਂ ਸਮਝ ਆਈ ਹੋਊਗੀ। ਇੱਕ ਸਵਾਲ ਲਿਖੋ, ਇੱਕ ਕਾਰਡ 52 ਕਾਰਡਾਂ ਦੇ ਵਿੱਚੋਂ ਬੇਤਰਕੀਬੇ ਤਰੀਕੇ ਨਾਲ ਖਿੱਚਿਆ ਗਿਆ, ਰਾਜੇ ਜਾਂ ਬਾਦਸ਼ਾਹ ਜਾਂ ਇੱਟ ਦੀ ਸੰਭਾਵਨਾ, ਬਾਦਸ਼ਾਹ ਜਾਂ ਇੱਟ ਦੀ ਸੰਭਾਵਨਾ ਪਤਾ ਕਰੋ, ਬਾਦਸ਼ਾਹ ਜਾਂ ਇੱਟ। ਹੁਣ ਦੇਖੋ ਉਹ ਕਾਰਡ ਜਾਂ ਤਾਂ ਉਹਦੀ ਪ੍ਰੋਬੈਬਿਲਿਟੀ ਸੰਭਾਵਨਾ ਜਾਂ ਤਾਂ ਹੋਣਾ ਚਾਹੀਦਾ ਬਾਦਸ਼ਾਹ ਯਾਨੀ ਕਿ ਕਿੰਗ, ਤੇ ਜਾਂ ਹੋਣਾ ਚਾਹੀਦਾ ਇੱਟ ਯਾਨੀ ਕਿ ਆਪਣਾ ਹੁੰਦਾ ਹਾਰਟ, ਠੀਕ ਹੈ ਨਾ, ਪੱਤਾ ਪਾਨ ਦਾ ਪੱਤਾ ਲਾਲ ਰੰਗ ਦਾ, ਠੀਕ ਹੈ। ਇਹਦਾ ਮਤਲਬ ਪਹਿਲਾਂ ਮੈਂ ਸੰਭਾਵਨਾ ਕੱਢੂੰਗਾ ਬਾਦਸ਼ਾਹ ਦੀ, ਫਿਰ ਉਹਦੇ ਪਾਨ ਦੇ ਪੱਤੇ, ਉਹਦੀ ਏਸ ਦੀ, ਯੱਕੇ ਦੀ, ਇਹਨੂੰ ਆਪਾਂ ਕੀ ਕਵਾਂਗੇ, ਏਸ ਨੂੰ ਮਤਲਬ ਇੱਟ ਨੂੰ ਆਪਾਂ ਕੀ ਕਹਿੰਦੇ ਆ, ਡਾਇਮੰਡ, ਸੌਰੀ ਡਾਇਮੰਡ, ਡੀ ਦਾ ਮਤਲਬ ਡਾਇਮੰਡ। ਇੱਟ ਨਹੀਂ, ਇੱਟ ਦਾ ਪਤਾ ਲਾਲ ਰੰਗ ਦਾ ਹੁੰਦਾ ਜਿਹੜਾ, ਮਾਈਨਸ ਦੋਵੇਂ, ਕੀ ਪਤਾ ਦੋਵਾਂ ਦੀ ਜਗ੍ਹਾ ਤੇ 0 ਹੀ ਆ ਜੇ। ਇੱਕ ਪੱਤਾ ਕੱਢਿਆ ਗਿਆ, ਉਹਦੇ ਕਿੰਗ ਹੋਣ ਦੀ, ਬਾਦਸ਼ਾਹ ਹੋਣ ਦੀ ਸੰਭਾਵਨਾ 4/52। ਇੱਕ ਪੱਤਾ ਕੱਟਿਆ ਗਿਆ, ਉਹਦੇ ਇੱਟ ਹੋਣ ਦੀ ਸੰਭਾਵਨਾ 13/52 ਮਾਈਨਸ ਇੱਕ ਪੱਤਾ ਕੱਢਿਆ ਗਿਆ, ਉਹਦੇ ਬਾਦਸ਼ਾਹ ਅਤੇ ਇੱਟ ਹੋਣ ਦੀ ਸੰਭਾਵਨਾ, ਬਾਦਸ਼ਾਹ ਅਤੇ ਇੱਟ ਹੋਣ ਦੀ ਸੰਭਾਵਨਾ। ਕੀ ਕੋਈ ਪੋਸੀਬਿਲਿਟੀ ਹੈਗੀ ਆ ਕਿ ਕੋਈ ਪੱਤਾ ਬਾਦਸ਼ਾਹ ਵੀ ਹੋਵੇ ਤੇ ਇੱਟ ਵੀ ਹੋਵੇ? ਹੁੰਦੀ ਆ। ਇੱਟ ਦਾ ਇੱਕ ਬਾਦਸ਼ਾਹ ਹੁੰਦਾ ਹੈ, ਹੁੰਦਾ ਨਾ ਇੱਕ, ਇੱਟ ਦਾ ਬਾਦਸ਼ਾਹ ਹੁੰਦਾ ਨਾ ਇੱਕ, ਇਹਦਾ ਮਤਲਬ ਇੱਟ ਦਾ ਇੱਕ ਬਾਦਸ਼ਾਹ ਹੁੰਦਾ ਹੈ, ਇਹੋ ਜਿਹਾ ਇੱਕੋ ਹੀ ਪੱਤਾ ਹੈ, ਇਹਦੀ ਸੰਭਾਵਨਾ 1/52। ਇਹਦੀ ਸੰਭਾਵਨਾ ਕੀ ਹੈ ਜੀ? 1/52। 13 ਤੇ 4 17, 17 ਮਾਈਨਸ 1 16/52 ਆ ਗਿਆ ਦਾ ਆਨਸਰ, ਤਾਂ ਇਹ ਆ ਗਿਆ 4/13। ਇੱਟ ਦੇ ਨਾਲ ਬਾਦਸ਼ਾਹ, ਇਹ ਪੋਸੀਬਲ ਆ। ਜੇ ਕੋਈ ਕਹਿ ਦੇ ਕਿ ਇੱਕ ਪੱਤਾ ਕੱਢਿਆ ਗਿਆ, ਇੱਕ ਪੱਤਾ ਕੱਢਿਆ ਗਿਆ, ਇਹ ਦੱਸੋ ਕਿ ਉਹ ਰਾਜਾ ਵੀ ਹੋਵੇ ਜਾਂ ਰਾਣੀ ਹੋਵੇ? ਤੁਸੀਂ ਕਹੋਗੇ ਰਾਜੇ ਹੋਣ ਦੀ ਸੰਭਾਵਨਾ 4/52, ਰਾਣੀ ਹੋਣ ਦੀ ਸੰਭਾਵਨਾ 4/52 ਮਾਈਨਸ ਦੋਵੇਂ
राजा जां राणी का फार्मूला है राजे की संभावना राणी की संभावना माइनस दोवां की संभावना दोवां की। इज इट पॉसीबल कि कोई पत्ता राजा भी होवे ते राणी भी होवे? नहीं। 0/52 जवाब आ गया 8/52। इहो ਜਿਹੇ सवाल आउंदे पेपरां 'ਚ। एक कार्ड सिलेक्ट किया गया, दसो राजा जां इट होवे। 4/16/52 हुणे कढ़िया सी ना, 4/13 आ गया। वो गलती नालों सवाल आपां पहलां ही कर लिया। ठीक है जी। सो इस टाइप के कॉन्सैप्ट नूं सानूं स्वीकार करना पऊगा कि ये साडे पेपरां दे विच आ सकदे आ। ठीक है जी। सो ये कॉन्सैप्ट आ ਤਾਂ ਇਹ ਸਾਰੀ ਸ਼ੀਟ ਹੈ ਜਿਹੜੀ ਤੁਸੀਂ ਕਹੋਗੇ ਇਸ ਸ਼ੀਟ ਨੂੰ ਅਸੀਂ ਕਿੱਥੇ ਲੱਭਾਂਗੇ? ਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ, ਜੇਕਰ ਤੁਸੀਂ ਇਹ ਵੀਡੀਓ YouTube ਤੇ ਦੇਖ ਰਹੇ ਹੋ ਨਾ, ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ Google ਡਰਾਈਵ ਦਾ ਲਿੰਕ ਪਿਆ ਹੋਊਗਾ। ਸੌਰੀ, ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਟੈਲੀਗ੍ਰਾਮ ਚੈਨਲ ਦਾ ਲਿੰਕ ਪਿਆ ਹੋਊਗਾ, ਟੈਲੀਗ੍ਰਾਮ ਚੈਨਲ ਦਾ। ਤੁਸੀਂ ਸਿੱਧਾ ਉਹਦੇ ਤੇ ਕਲਿੱਕ ਕਰਿਓ, ਤੁਸੀਂ ਉਸ ਟੈਲੀਗ੍ਰਾਮ ਚੈਨਲ ਤੇ ਚਲੇ ਜਾਓਗੇ ਤਾਂ ਉੱਥੋਂ ਤੁਸੀਂ ਇਸ ਸ਼ੀਟ ਨੂੰ ਡਾਊਨਲੋਡ ਕਰ ਸਕਦੇ ਹੋ। ਸਿੱਧੀ ਪਈ ਹੋਊਗੀ ਪ੍ਰੋਬੈਬਿਲਿਟੀ ਬ੍ਰੈਕਟ ਸੰਭਾਵਨਾ, ਜੋ ਇਹਦਾ ਨਾਮ ਆ ਉਸੇ ਨਾਮ ਦੇ ਤਹਿਤ ਇਹ ਸੀਟ ਉੱਥੇ ਪਈ ਹੋਊਗੀ। ਇਹ ਸ਼ੀਟ ਤੁਹਾਨੂੰ ਉੱਥੇ ਈਜ਼ੀਲੀ ਅਵੇਲੇਬਲ ਹੋ ਜਾਊਗੀ। ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਅੱਜ ਦਾ ਲੈਕਚਰ ਆ, ਠੀਕ ਹੈ ਜੀ, ਘੱਟੋ ਘੱਟ ਇਹ ਲੈਕਚਰ ਜਿਹੜਾ ਹੈ ਜੀ ਉਹ ਸਮਝ ਆ ਰਿਹਾ ਹੋਊਗਾ। ਠੀਕ ਆ। ਸੋ ਅਸੀਂ ਇਸ ਸਵਾਲ ਤੋਂ ਅਗਲੇ ਸਵਾਲ ਤੇ ਆ ਗਏ ਹੁਣ। ਠੀਕ ਹੈ ਜੀ। ਇਹ ਸਵਾਲ ਜਿਹੜੇ ਆ ਜੀ ਇਹ ਇੰਟਰਵਿਊ ਨਾਲ ਸੰਬੰਧਿਤ ਹੁੰਦੇ ਆ। ਇਹ ਸਵਾਲ ਬੇहद ਇੰਪੋਰਟੈਂਟ ਆ। ठीक आ। अपना लैक्चर खत्म करने का टाइम तो हो गया, बट मैनू ये आ कि ये एक टॉपिक सीगा जिहड़ा अपना रह भी गया सीगा। तुहानू कदे भी कोई कह दे कि एक बंदे ने एक बंदे दे सच बोलण की संभावना 1/3 ए आ, कोई उहदे सच बोलण की संभावना 1/3, बी दे सच बोलण की संभावना 1/5 आ। ये दसो कि दोवां ने सच बोलिया, दोवां ने सच बोलिया, इस गल की संभावना दसो। तुसी की कहोगे यार, किवें करोगे इनू? ए ने भी सच बोलिया अते बी ने भी सच बोलिया। तुसी कहोगे तुसी विच गुणा क्यों पाता? मैथ यही कहंदा जिथे अते आवे उत्थे गुणा पा दो। ए ने भी सच बोलिया 1/3 अते बी ने भी सच बोलिया, इहदा जवाब आऊगा 1/15। ठीक है जी। कहंदा एक बंदा सिलेक्ट होण गया संभावना 1/3, दूजा सिलेक्ट होण गया संभावना 1/5। जे दोवां दे सिलेक्ट होने की संभावना पुछी हुंदी कि दोवें सिलेक्ट हो गए 1/3 गुणा 1/5, 1/15 जवाब आ जाता, पर ऑप्शन नहीं हैगी। उन्होंने पूछे ही नहीं इहो जिहा, कहंदा कोई भी सिलेक्ट नहीं होया। इन्हां ने तो होर पंगा पाता, इन्हां ने तो होर पंगा पाता। हुण मैं ये सवाल करा नहीं रहा। ठीक है। वैसे रकमां ते आपो ही चक लियां 1/3 ते 1/5, कोई नहीं, किस्मत। हुण एक बंदा सिलेक्ट हो गया उहदी संभावना सी 1/3, एक बंदा सिलेक्ट हो गया उहदी संभावना 1/5, दोवें सिलेक्ट हो जाण। इहदी अंग्रेजी बनदी है वट इज दी प्रोबेबिलिटी दैट बोथ आर सिलेक्टेड। इस गल की संभावना दसो कि दोवें नियुक्त हो जाण, कोई भी नहीं, दोवें चुने जाण, दोवें नियुक्त हो जाण 1/15। जे किसी ने कहा कोई भी नियुक्त ना होया उहदी संभावना दसो। बई ए दे नियुक्त होने की संभावना 1/3, ए दे नियुक्त होने की संभावना 1/3 ते मैथ दे विच ना नूं पता की कहंदे आ, इहदे उपर बार पा दो, इहदा मतलब ना हुंदा है। ए दे ना होने की संभावना सब नूं इस गल का पता है, तो जिन्हां नूं नहीं पता वो मेरी गल सुन लैण। किसी काम के होने की संभावना जे 1/4 आ ना, उहदे ना होने की संभावना 3/4 आ, क्योंकि संभावना की एक खासियत आ कि 1 चों घटा दो ना की संभावना आ जाती है, तो 1 चों 1/4 नूं घटा के 4 चों 1 घटा के 3/4 सीधा आ जाता है। जे एक किसी नूं घटाया तो ए दे ना होने दी, ए दे पेपर क्लीयर करन दी, ना क्लीयर करन दी संभावना 2/3, बी दे पेपर क्लीयर करन दी संभावना 1/5 सी, तो बी दे पेपर ना क्लीयर करन दी संभावना कितनी होगी? 4/5। कितनी होगी? 1/5 चों नूं 1 चों घटा दो तो सीधा 5 चों 1 घटा दिया करो 4/5। सवाल पता की सीगा कि दोवें सिलेक्ट नहीं होए। किड्डी माड़ी गल है वैसे, दोवें सिलेक्ट नहीं होए तो तुहाडा जवाब आऊगा ए भी सिलेक्ट नहीं होया यानी कि 2/3 अते बी भी सिलेक्ट नहीं होया मतलब 4/5। ए भी सिलेक्ट नहीं होया ते बी भी सिलेक्ट नहीं होया, 2/5 गुणा 4/5, ये आ गया 8/15। मैं कहना मैं तीजा सवाल पूछना चाहना तुहानू, ए सिलेक्ट हो गया अते बी सिलेक्ट नहीं होया, ਇਹਦਾ ਕੀ जवाब होगा? ए ਦਾ सिलेक्ट हो गया, ए वाला तो 1/3 आ जाऊगा अते बी सिलेक्ट नहीं होया, बी ਦਾ 4/5 आ जाऊगा। दसो जची गल? ए दी सिलेक्शन वाली, बी दी ना सिलेक्शन वाली। 1/3 गुणा 4/5 कितना आ गया? 4/15। जे पेपर च आ गया कि बई ए सिलेक्ट नहीं होया तो बी सिलेक्ट हो गया, फिर की आऊगा?
ए सिलेक्ट नहीं होया, ए वाले पासियों आ जाऊगी 2/3, ए वाले पासियों कितनी आ जाऊगी 2/3, ए सिलेक्ट नहीं होया, ए सिलेक्ट नहीं होया 2/3 ते बी सिलेक्ट हो गया 1/5, बी सिलेक्ट हो गया 1/5, ये आ गया 2/15, आ चक्को। जे पेपर च आ गया दोवें सिलेक्ट हो गए, ए भी सिलेक्ट ਅਤੇ ए भी सिलेक्ट, जे पेपर च आ गया कि ए सिलेक्ट हो गया बी नहीं होया 4/15, जे आ गया ए सिलेक्ट नहीं होया तो बी सिलेक्ट हो गया 2/15, जे आ गया कि दोवें ही सिलेक्ट नहीं होए तो 2/3 गुणा 4/5। जे पेपर च आया आ सब तो भैड़ा सवाल है जिहड़ा हुण मैं कराउण लगा, सिर्फ एक सिलेक्ट होया, कौन सिलेक्ट होया, सिर्फ इक्को सिलेक्ट होया है। ਇਹਦਾ ਕੀ मतलब ਹੁੰਦਾ है, सिर्फ इक्को सिलेक्ट होए ਦਾ मतलब, ਇਹ ਤਾਂ ਬੜੀ ਮਾੜੀ ਗੱਲ ਆ। ਕਹਿੰਦਾ ਇਹਦਾ मतलब पता ਕੀ ਹੋ ਗਿਆ, A सिलेक्ट हो गया 1/3 ਅਤੇ B ਨਹੀਂ ਸਿਲੈਕਟ ਹੋਇਆ, B ਦੀ ਨਾ ਸਿਲੈਕਟ ਹੋਣ ਦੀ 4/5, ਇੱਕ ਸਿਲੈਕਟ A ਸਿਲੈਕਟ ਹੋ ਗਿਆ ਅਤੇ B ਸਿਲੈਕਟ ਨਹੀਂ ਹੋਇਆ, ਜਾਂ A ਸਿਲੈਕਟ ਨਹੀਂ ਹੋਇਆ ਅਤੇ B ਸਿਲੈਕਟ ਹੋ ਗਿਆ। फिर आ लिखती, दोवें केस लिखने पैंदे इहदे च, एक पासियों जवाब आया सी 4/15, एक पासियों 2/15 ते जुड़ के आ गया 6/15, मतलब 2/5। आ देखो आ सवाल अगला बन गया, इस जवाब का सवाल आ कोई एक सिलेक्ट होया, ਇਹਦਾ जवाब आ सिर्फ B सिलेक्ट होया, ਇਹਦਾ जवाब आ सिर्फ एक, ਇਹਦਾ सवाल आ सिर्फ A सिलेक्ट होया, ਇਹਦਾ सवाल आ कोई भी सिलेक्ट नहीं होया, ਇਹਦਾ सवाल आ दोवें सिलेक्ट हो गए, एक सवाल रह गया होर, वो पता किहड़ा है, घट्टो घट एक सिलेक्ट होया, घट्टो घट एक सिलेक्ट होया, ये बड़ा इंपॉर्टेंट सवाल आ। एटलीस्ट वन इज सिलेक्टेड इन इंटरव्यू, घट्टो घट एक सिलेक्ट होया, ये तो रीजनल कर दोगे ना, मैं करदा किवें, ए सिलेक्ट होया ਅਤੇ बी सिलेक्ट नहीं होया, ए दे सिलेक्ट वाली बी दे ना, जां ए सिलेक्ट नहीं होया ਅਤੇ B सिलेक्ट हो गया, ਜਾਂ A भी सिलेक्ट हो गया ਅਤੇ B भी सिलेक्ट हो गया। आ देखो ਤੁਹਾਡੇ ਸਾਹਮਣੇ ਹੀ ਆ, A भी सिलेक्ट हो गया ਅਤੇ B भी सिलेक्ट हो गया, ਆਹੀ ਆ। ਇਹਦਾ ਮਤਲਬ ਆ ਘੱਟੋ ਘੱਟ ਕੋਈ ਇੱਕ ਤਾਂ ਸਿਲੈਕਟ ਹੋਇਆ, ਐਟ ਲੀਸਟ ਇੰਟਰਵਿਊ ਇਜ਼ ਕਰੈਕਟ ਬਾਈ ਵਨ ਆਫ them, ਕਿਸੇ ਇੱਕ ਨੇ ਤਾਂ ਇੰਟਰਵਿਊ ਕਰੈਕ ਕੀਤੀ ਆ। A ਹੋ ਗਿਆ B ਨਹੀਂ ਹੋਇਆ, A ਨਹੀਂ ਹੋਇਆ B ਹੋਇਆ, ਜਾਂ ਦੋਵੇਂ ਹੋ ਗਏ, ਇਹ ਆ ਐਟ ਲੀਸਟ ਵਾਲਾ ਕੇਸ। 4/15, 2/15 ਤੇ 1/15, ਜਦੋਂ ਥੱਲੇ ਵਾਲਾ 15 ਸੇਮ ਹੋਵੇ ਉੱਪਰਲੇ ਸਿੱਧੇ ਜੁੜ ਸਕਦੇ ਆ। ਜਵਾਬ ਆ ਗਿਆ 7/15, ਜਵਾਬ ਆ ਗਿਆ 7/15। ਐਵੇਂ ਦੇ ਸਵਾਲ ਪੇਪਰਾਂ ਚ ਆਉਂਦੇ ਹੁੰਦੇ ਆ, ਠੀਕ ਹੈ ਨਾ। ਸੋ ਮੈਂ ਸਭ ਤੋਂ ਇੰਪੋਰਟੈਂਟ ਗੱਲ, ਜੇ ਕੋਈ ਮੈਨੂੰ ਪੁੱਛੇ ਕਿ PPSC ਤਾਂ ਸਾਰੇ ਦਾ ਸਾਰਾ, ਜੇ ਕੋਈ ਮੈਨੂੰ ਪੁੱਛੇ ETT, ਇਸ ਚੀਜ਼ ਤੇ ਸਵਾਲ ਆਉਣ ਦੀ ਸੰਭਾਵਨਾ 50% ਆ। ਉਹ ਜਿਹੜੇ ਸੀਗੇ 3 ਸਿੱਕੇ ਸੁੱਟੇ ਗਏ ਸੀਗੇ, 3 ਪੱਤੇ ਅੱਗੜ ਪਿੱਛੜ ਕੀਤੇ ਗਏ ਸੀ, ਉਹਨਾਂ ਤੇ ਆਉਣ ਦੀ ਸੰਭਾਵਨਾ ਨਾ। ਉਸ ਤੋਂ ਬਿਨਾ ਬਾਕੀ ਸਾਰੀ ਬੇਸਿਕ ਜਿਹੜੀ ਟ੍ਰਿਗਰ ਆਪਣੀ ਆ ਪ੍ਰੋਬੇਬਿਲਿਟੀ ਆ, ਉਹ ਸਾਰੀ ਆਊਗੀ। ਸਵਾਲ ਪੂਰੇ ਦੇ ਪੂਰੇ ਤੁਹਾਨੂੰ ਮਿਲਣਗੇ, ਠੀਕ ਆ ਨਾ, ਜਿੰਨੇ ਇਹਦੇ ਚ ਪਾਏ ਗਏ ਆ। ਪਰ ਇਹਦੇ ਥੱਲੇ ਇੱਕ ਆਨਸਰ ਕੀ ਦਾ ਟੇਬਲ ਬਣ ਕੇ ਆਊਗਾ ਹੁਣ, ਠੀਕ ਆ, ਤਾਂ ਜੋ ਤੁਸੀਂ ਉਸ ਆਨਸਰ ਕੀ ਨਾਲ ਆਪਣੇ ਆਨਸਰ ਮੈਚ ਕਰ ਸਕੋ, ਠੀਕ ਆ ਜੀ। ਉਮੀਦ ਕਰਦੇ ਆ ਕਿ ਤੁਹਾਨੂੰ ਇਹ ਲੈਕਚਰ ਬਹੁਤ ਵਧੀਆ ਲੱਗਿਆ ਹੋਊਗਾ, ਠੀਕ ਆ। ਤਾਂ ਅੱਜ ਵਾਸਤੇ ਇੰਨਾ ਹੀ ਬਹੁਤ ਆ ਜੀ, ਧੰਨਵਾਦ।